ਧੰਨ ਵਾਹਿਗੁਰੂ ਸਾਹਿਬ ਜੀ। ਪੌੜੀ। ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ, ਜਿਸਨੋ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੈ ਪਰਵਾਨ, ਤਾ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ, ਮਨਹੁ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਾਹ ਪੈਦਾ ਜਾਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ 15ਵੀਂ ਪੌੜੀ ਦੇ ਨਾਲ ਜੋ ਸ਼ਲੋਕ ਦਰਜ ਨੇ ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਕੱਲ ਚੌਥੇ ਸ਼ਲੋਕ ਦੀ ਵਿਚਾਰ ਆਪਾਂ ਸਾਂਝੀ ਕਰ ਰਹੇ ਸਾਂ, ਜਿਸ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾ ਰਹੇ ਨੇ ਕਿ ਹੇ ਪੰਡਿਤ ਜੀ, ਜੇ ਤੁਸੀਂ ਧਾਗਾ ਪਾਉਣਾ ਹੈ, ਜੇ ਜਨੇਊ ਪਾਉਣਾ ਹੈ, ਤੇ ਆਪਣੀਆਂ ਇੰਦਰੀਆਂ ਨੂੰ ਪਾਓ ਜਿਹੜੀਆਂ ਵਿਕਾਰਾਂ ਵਾਲੇ ਪਾਸੇ ਜਾਣ ਤੋਂ ਰੁਕ ਸਕਣ। ਆਪਣੇ ਹੱਥਾਂ ਪੈਰਾਂ ਨੂੰ, ਜ਼ੁਬਾਨ ਅੱਖਾਂ ਨੂੰ ਪਾਓ, ਤਾਂ ਜੋ ਇਹ ਜੀਵਨ ਦੇ ਵਿੱਚ ਗਲਤ ਮਾਰਗ ਵੱਲ ਨਾ ਜਾਣ। ਸੋ ਇਹ ਵਿਚਾਰ ਆਪਾਂ ਕੱਲ ਸਾਂਝੀ ਕਰ ਰਹੇ ਸਾਂ ਤੇ ਸਮਾਪਤੀ ਇਸ ਪਾਵਨ ਪੰਕਤੀ ਤੇ ਕੀਤੀ ਸੀ ਕਿ ਵੇ ਤੱਗਾ ਆਪੇ ਵੱਤੈ, ਵਟ ਧਾਗੇ ਅਵਰਾ ਘੱਤੈ। ਸਤਿਗੁਰੂ ਕਹਿ ਲਗੇ ਕਿੰਨੀ ਹੈਰਾਨੀ ਦੀ ਗੱਲ ਹੈ। ਆਪ ਤਾਂ ਧਾਗੇ ਤੋਂ ਬਿਨਾਂ ਤੁਰਿਆ ਫਿਰਦਾ ਏ, ਆਪਣੇ ਅੰਦਰ ਨਾਮ ਦਾ ਧਾਗਾ ਜਿਹੜਾ ਏ, ਆਪਣੇ ਇੰਦਰੀਆਂ ਨੂੰ ਇਹਨੇ ਧਾਗਾ ਕੋਈ ਨਹੀਂ ਪਾਇਆ, ਪਰ ਦੂਸਰਿਆਂ ਨੂੰ, ਲੋਕਾਂ ਨੂੰ ਜਿਹੜਾ ਏ ਉਹ ਧਾਗੇ ਵੱਟ ਕੇ ਤੇ ਉਹਨਾਂ ਦੇ ਗਲ ਦੇ ਵਿੱਚ ਪਾ ਰਿਹਾ ਏ। ਇੱਥੋਂ ਤੱਕ ਵਿਚਾਰ ਆਪਾਂ ਕੱਲ ਸਾਂਝੀ ਕੀਤੀ ਸੀ। ਅਗਲੀਆਂ 4 ਪੰਕਤੀਆਂ ਦੇ ਅੱਖਰੀ ਅਰਥ ਕੀਤੇ ਸਨ, ਭਾਵ ਅਰਥ ਥੋੜ੍ਹੇ ਕਰ ਦੇਵਾਂ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਪੰਡਿਤ ਜੀ ਤੁਸੀਂ ਇੱਥੇ ਬਸ ਨਹੀਂ। ਕਹਿਣ ਲੱਗੇ ਲੈ ਭਾੜ ਕਰੇ ਵੀ ਆਹ। ਭਾੜ ਦਾ ਅਰਥ ਹੁੰਦਾ ਭਾੜਾ, ਭਾਵ ਅਰਥ ਕਰਾਂਗੇ ਕਿਰਾਇਆ, ਪੈਸੇ, ਧਨ ਦੌਲਤ। ਸਤਿਗੁਰੂ ਕਹਿ ਲੱਗੇ ਜਦੋਂ ਕਿਸੇ ਧੀ ਦਾ ਵਿਆਹ ਕਰਦੇ ਜੇ ਤੁਸੀਂ ਤੇ ਲੋਕਾਂ ਨੂੰ ਉੱਥੇ ਵੀ ਨਹੀਂ ਛੱਡਦੇ, ਉਹ ਵੀ ਪੈਸੇ ਤੋਂ ਬਿਨਾਂ ਕਿਸੇ ਦਾ ਵਿਆਹ ਨਹੀਂ ਕਰਦੇ। ਲੈ ਭਾੜ ਕਰੇ ਵੀ ਆਹ, ਮੈਂ ਇਹਦੇ ਕੱਲ ਅੱਖਰੀ ਅਰਥ ਕੀਤੇ ਸਨ, ਅੱਜ ਥੋੜ੍ਹੇ ਜਿਹੇ ਭਾਵ ਅਰਥ ਕਰ ਦੇਵਾਂ। ਯਾਦ ਰੱਖਿਓ, ਸਾਡੇ ਸਮਾਜ ਦੇ ਵਿੱਚ ਧੀ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ, ਪਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦਾ ਜਾਂ ਪੁਰਾਣੀ ਸੋਚ ਨੂੰ ਵੇਖਦੇ ਹਾਂ ਨਾ, ਤੇ ਮੈਂ ਕੱਲ ਵੀ ਕਿਹਾ ਸੀ ਕਿ ਔਰਤ ਨੂੰ ਜਿਹੜਾ ਬਹੁਤਾ ਸਨਮਾਨ ਨਹੀਂ ਦਿੱਤਾ ਜਾਂਦਾ। ਜਦੋਂ ਕਿਸੇ ਨੇ ਧੀ ਵਿਆਹਣੀ, ਉਹ ਧੀ ਕਾਹਦੀ ਹੁੰਦੀ ਸੀ, ਮੈਨੂੰ ਮਾफ़ ਕਰਨਾ, ਇਹ ਹੁੰਦਾ ਸੀ ਕਿ ਜਿਵੇਂ ਸਿਰ ਤੋਂ ਭਾਰ ਲਾਉਣਾ ਪੈਂਦਾ ਹੈ, ਕਿਉਂਕਿ ਜੋ ਸਾਡਾ ਮਰਦ ਪ੍ਰਧਾਨ ਸਮਾਜ ਸੀ, ਉਹ ਮੁੰਡੇ ਵਾਲੇ ਇਹ ਗੱਲ ਕਹਿੰਦੇ ਸਨ ਸਾਨੂੰ ਇੰਨਾ ਦਾਜ ਚਾਹੀਦਾ। ਇਹੋ ਜਿਹੀਆਂ ਕਈ ਕੁਰੀਤੀਆਂ ਸਮਾਜ ਦੇ ਵਿੱਚ ਪ੍ਰਚਲਿਤ ਸਨ, ਜਿਹਦੇ ਕਰਕੇ ਗਰੀਬ ਬੰਦੇ ਵਾਸਤੇ ਧੀ ਦਾ ਵਿਆਹ ਕਰਨਾ ਬਹੁਤ ਔਖਾ ਹੋ ਜਾਂਦਾ ਸੀ। ਅੱਜ ਵੀ ਇਹ ਪਛੜੇ ਹੋਏ ਇਲਾਕਿਆਂ ਦੇ ਵਿੱਚ, ਜਾਂ ਤੁਸੀਂ ਪੰਜਾਬ ਤੋਂ ਬਾਹਰ ਚਲੇ ਜਾਓ ਨਾ, ਯੂਪੀ ਬਿਹਾਰ ਵੱਲ, ਇੱਧਰ ਅੱਜ ਵੀ ਇਹੋ ਜਿਹੇ ਪਰਿਵਾਰ ਜਾਂ ਇਹੋ ਜਿਹੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਏ ਜਦੋਂ ਧੀ ਜੰਮਦੀ ਹੈ ਨਾ, ਮੈਂ ਇੱਕ ਵਾਰੀ ਬੋਲ ਕਿਸੇ ਦੇ ਸੁਣੇ ਸਨ, ਬਿਹਾਰ 'ਚੋਂ ਕੋਈ ਪਰਿਵਾਰ ਆਇਆ ਸੀ, ਉਹਨਾਂ ਦੇ ਘਰ ਬੇਟੀ ਦਾ ਜਨਮ ਹੋਇਆ, ਅਤੇ ਕਹਿਣ ਲੱਗੇ ਭਾਈ ਵਧਾਈ ਹੋਵੇ, ਬੇਟੀ ਦਾ ਜਨਮ ਹੋਇਆ। ਕਹਿੰਦੇ ਵਧਾਈ ਕਾਹਦੀ ਹੈ? ਕਹਿੰਦੇ ਇਹ ਜਨਮ ਨਹੀਂ, ਇਹ ਸਾਨੂੰ ਲੱਖ ਰੁਪਈਆ ਜਿਹੜਾ ਕਰਜ਼ਾ ਚੜ੍ਹ ਚੁੱਕਾ ਹੈ। ਕਹਿੰਦੇ ਕਿਉਂ? ਕਹਿੰਦੇ ਨਗਦ ਦੇਣਾ ਪੈਣਾ ਹੈ। ਇਹ ਇਹੋ ਜਿਹੀਆਂ ਸਾਡੇ ਸਮਾਜਿਕ ਕੁਰੀਤੀਆਂ ਨੇ। ਇਹ ਜਿੱਥੇ ਦਾਜ ਦਿੱਤਾ ਜਾਂਦਾ ਹੈ ਨਾ ਧੀ ਦੇ ਵਿਆਹ 'ਤੇ ਲੋੜੀਂਦੀਆਂ ਵਸਤੂਆਂ, ਉੱਥੇ ਨਾਲ ਪੈਸੇ ਵੀ ਕਈਆਂ ਪਰਿਵਾਰਾਂ ਨੂੰ ਦੇਣੇ ਪੈਂਦੇ ਨੇ। ਇਹ ਇਹੋ ਜਿਹਾ ਹਿੰਦੁਸਤਾਨ ਦੀ ਤਰਾਸਦੀ ਰਹੀ ਹੈ ਅਤੇ ਅੱਜ ਵੀ ਹੈਗੀ ਹੈ।
ਅੱਜ ਤੁਸੀਂ ਮਤਾ ਮਨ 'ਚ ਭੁਲੇਖਾ ਰੱਖੋ ਕਿ ਸਾਡਾ ਸਮਾਜ ਪੜ੍ਹ ਲਿਖ, ਹਾਂ ਪੰਜਾਬ 'ਚ ਥੋੜ੍ਹੀ ਜਿਹੀ ਤਰੱਕੀ ਹੈ, ਸਾਡੀਆਂ ਧੀਆਂ ਪੜ੍ਹ ਗਈਆਂ, ਸਾਡੇ ਪੁੱਤ ਪੜ੍ਹ ਗਏ, ਉਹ ਦੋਵੇਂ ਜਣੇ ਰਲ ਕੇ ਸਟੈਂਡ ਲੈ ਲੈਣ ਦਾਜ ਤੋਂ, ਤੇ ਗੱਲ ਵੱਖਰੀ ਹੈ। ਨਹੀਂ ਤੇ ਜਿਹੜੇ ਵੱਡੇ ਵਡੇਰੇ ਨੇ ਉਹ ਅਜੇ ਵੀ ਉਹਨਾਂ ਗੱਲਾਂ ਤੋਂ ਟਲਦੇ ਨਹੀਂ। ਪਰ ਉਹਨਾਂ ਸਮਿਆਂ ਦੀ ਜਦੋਂ ਗੁਰੂ ਸਾਹਿਬ ਗੱਲ ਕਰ ਰਹੇ ਨੇ, ਉਹ ਉਦੋਂ ਹਰ ਪਾਸਿਓਂ ਆਮ ਮਨੁੱਖ ਲੁੱਟਿਆ ਜਾ ਰਿਹਾ ਹੈ। ਦੇਖੋ ਜਦੋਂ ਤੇ ਜਨੇਊ ਪਾਇਆ ਜਾਣਾ ਹੈ, ਉਦੋਂ ਵੀ ਬ੍ਰਾਹਮਣ ਨੇ ਕਹਿਣਾ ਤੂੰ ਇਹਨੂੰ ਜਨੇਊ ਪਾਉਣਾ ਹੀ ਪੈਣਾ ਹੈ। ਉਦੋਂ ਕੱਲ੍ਹ ਤੇ ਪਰਸੋਂ ਆਪਾਂ ਅਰਜ਼ ਕੀਤੀ ਸੀ ਕਿੰਨਾ ਖਰਚਾ ਹੈ, ਭੈਣ ਭਰਾ ਰਿਸ਼ਤੇਦਾਰ ਸੱਦਣੇ ਨੇ, ਵਿਆਹ ਜਿੰਨਾ ਖਰਚਾ, ਮਾੜਾ ਬੰਦਾ ਕਿੱਥੋਂ ਖਰਚਾ ਲਾਏਗਾ। ਉਸ ਤੋਂ ਬਾਅਦ ਜਦੋਂ ਬੱਚਾ ਜੰਮਦਾ ਏ ਉਦੋਂ ਖਰਚੇ ਨੇ। ਅੱਗੇ ਸਲੋਕ ਆਉਣਾ ਸੂਤਕ ਪਾਤਕ ਦਾ, ਉਦੋਂ ਕਿਹਾ ਜਾਂਦਾ ਤੈਨੂੰ ਪੂਜਾ ਕਰਾਉਣੀ ਹੀ ਪੈਣੀ ਹੈ। ਜਦੋਂ ਬੰਦਾ ਮਰਦਾ ਉਦੋਂ ਖਰਚੇ ਨੇ, ਇਹ ਕਿਹਾ ਜਾਂਦਾ ਉਦੋਂ ਵੀ ਤੈਨੂੰ ਪੂਜਾ ਕਰਾਉਣੀ ਪੈਣੀ ਹੈ। ਇਹ ਤਾਂ ਮਰਨ ਤੋਂ ਬਾਅਦ ਨਹੀਂ ਕਿਸੇ ਨੂੰ ਛੱਡਦੇ, ਮਰਨ ਤੋਂ ਬਾਅਦ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਤੂੰ ਹੁਣ ਪਿੱਤਰਾਂ ਦੇ ਨਿਮਿਤ ਕੁਝ ਨਾ ਕੁਝ ਦਾਨ ਕਰ, ਉਹਨਾਂ ਵਾਸਤੇ ਉੱਤੇ ਰਾਸ਼ਨ ਜਾਣਾ, ਸਾਲ ਬਾਅਦ ਵਰੀਨਾ ਕਰਾਉਣਾ ਪੈਂਦਾ ਹੈ। ਹਰ 14 ਨੂੰ ਜਿਹੜਾ ਉਹ ਰੋਟੀ ਖਵਾਉਣੀ ਪੈਂਦੀ ਹੈ। ਪਤਾ ਨਹੀਂ ਕਿੰਨੇ ਕੁ ਪਖੰਡ ਜਿਹੜੇ ਨੇ ਇਹ ਇਸ ਬ੍ਰਾਹਮਣ ਨੇ ਪ੍ਰਚਲਿਤ ਕੀਤੇ ਹੋਏ ਸਨ। ਗਰੀਬ ਬੰਦਾ ਦੱਬਿਆ ਤੇ ਦੱਪਿਆ ਹੀ ਜਾ ਰਿਹਾ ਸੀ। ਮੇਰੇ ਸਤਿਗੁਰੂ ਕਹਿ ਲਗੇ ਤੂੰ ਹਰ ਪਾਸਿਓਂ ਲੁੱਟ ਲਿਆ, ਜੰਮਣ ਤੇ ਲੁੱਟਿਆ, ਮਰਨ ਤੇ ਲੁੱਟਿਆ, ਹੱਸਣ ਤੇ ਲੁੱਟਿਆ, ਰੋਣ ਤੇ ਲੁੱਟਿਆ, ਜਨੇਊ ਪਾਉਣ ਤੇ ਲੁੱਟਿਆ, ਹਰ ਕੰਮ ਦੇ ਵੇਲੇ ਲੁੱਟਿਆ। ਤੇ ਘੱਟੋ ਘੱਟ ਇੰਨੀ ਕੁ ਸ਼ਰਮ ਕਰ ਲੈਂਦਾ ਜਦੋਂ ਕਿਸੇ ਨੇ ਆਪਣੀਆਂ ਬੂਹਾਂ ਦੇ ਵਿੱਚੋਂ ਧੀ ਨੂੰ ਤੋਰਨਾ ਸੀ, ਉਦੋਂ ਉਹਦਾ ਸਾਥ ਤੇ ਦੇ ਦਿੰਦਾ। ਇੱਕ ਗੁਰੂ ਅਮਰਦਾਸ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ, ਕਹਿਣ ਲੱਗੇ ਸੱਸੈ ਸੰਜਮ ਗਇਓ ਮੂਹਰੇ, ਇੱਕ ਦਾਨ ਤੁਧ ਕੁਥਾਏ ਲਿਆ। ਕੁਥਾਏ ਦਾ ਅਰਥ ਹੈ ਕੋਝੀ ਥਾਂ ਦੇ ਉੱਤੇ ਜਿਹੜਾ ਬਣਦਾ ਨਹੀਂ ਸੀ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇੰਨਾ ਹੀ ਲਾਲਚੀ ਹੋ ਗਿਆ ਮਾਇਆ ਦੇ ਨਾਲ, ਇੰਨਾ ਮਾਇਆ ਦੇ ਨਾਲ ਪਿਆਰ ਹੋ ਗਿਆ, ਤੈਨੂੰ ਆਪਣਾ ਇੰਦਰੀਆਂ ਦਾ ਸੰਜਮ ਰਿਹਾ ਹੀ ਨਹੀਂ। ਇੰਨੀ ਕੁ ਭੁੱਖ, ਮੈਂ ਸੌਖੇ ਸ਼ਬਦ ਕਰ ਦੇਵਾਂ, ਇੰਨੀ ਕੁ ਭੁੱਖ ਪੈ ਗਈ ਮਾਇਆ ਦੇ ਪਿੱਛੇ, ਤੂੰ ਸਾਰੇ ਦਾਨ ਲਏ। ਮੈਂ ਹੁਣੇ ਅਰਜ਼ ਕੀਤੀ ਜੰਮਣ ਮੈਂ ਹਰ ਤਰ੍ਹਾਂ ਦਾ ਦਾਨ ਲਿਆ। ਸਤਿਗੁਰੂ ਕਹਿੰਦੇ ਚਲੋ ਉਹ ਤੇਰਾ ਮੰਨ ਲਿਆ, ਤੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਸੀ, ਪਾਠ ਪੂਜਾ ਕਰਕੇ ਤੇ ਕੰਮ ਚਲਾਉਂਦਾ ਰਿਹਾ, ਕਿਉਂਕਿ ਅਸੀਂ ਵੀ ਤਾਂ ਕਰਦੇ ਹੀ ਆ ਨਾ, ਸਾਡੇ ਵੀ ਪਾਠਾਂ ਦੀ ਭੇਟਾ ਹੈ। ਸਤਿਗੁਰੂ ਕਹਿੰਦੇ ਇਹ ਚਲੋ ਕਿਤੇ ਨਾ ਕਿਤੇ ਤੇਰੀ ਬਣਦੀ ਸੀ, ਤੂੰ ਲੈ ਲਈ। ਪਰ ਇੱਕ ਥਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਦਾਨ ਤੈਨੂੰ ਲੈਣਾ ਨਹੀਂ ਸੀ ਚਾਹੀਦਾ। ਸੱਸੈ ਸੰਜਮ ਗਇਓ ਮੂਹਰੇ, ਹੇ ਮੂਰਖਾ ਤੇਰਾ ਸੰਜਮ ਜਾਂਦਾ ਰਿਹਾ, ਕੋਈ ਫਾਇਦਾ ਨਹੀਂ ਤੇਰਾ ਆ ਸੁੱਚੇ ਬਣਨ ਦਾ, ਕੋਈ ਫਾਇਦਾ ਨਹੀਂ ਧਰਮੀ ਹੁੰਦਾ। ਇੱਕ ਦਾਨ ਤੁਧ ਕੁਥਾਏ ਲੈ, ਇੱਕ ਦਾਨ ਤੂੰ ਗਲਤ ਥਾਂ ਤੇ ਲੈ ਲਿਆ। ਕਿਹੜਾ? ਕਹਿ ਲਗੇ ਸਾਈ ਪੁੱਤਰੀ ਜਜਮਾਨ ਕੀ। ਜਜਮਾਨ ਕਹਿੰਦੇ ਸਨ ਜਿਹਨੇ ਧੀ ਵਿਆਹੁਣੀ ਹੈ, ਇਹ ਜਾਂ ਜਿਹਨੇ ਜਿਵੇਂ ਬੱਚੇ ਦਾ ਜਨੇਊ ਪਾਉਣਾ ਉਹਨੂੰ ਜਜਮਾਨ ਕਿਹਾ ਜਾਂਦਾ ਹੈ, ਤੇ ਜਿਹੜਾ ਕਰਨ ਆਉਂਦਾ ਉਹਨੂੰ ਪੁਰੋਹਿਤ ਕਿਹਾ ਜਾਂਦਾ ਹੈ। ਕਹਿ ਲਗੇ ਜਿਹੋ ਜੀ ਧੀ ਜਜਮਾਨ ਦੀ ਹੈ ਨਾ, ਸਾ ਤੇਰੀ, ਤੇਰੇ ਘਰ 'ਚ ਵੀ ਉੱਦਾਂ ਦੀ ਧੀ ਬੈਠੀ ਹੋਈ ਹੈ। ਜੇ ਅੱਜ ਤੂੰ ਜਜਮਾਨ ਦੀਆਂ ਬਰੂਹਾਂ ਦੇ ਵਿੱਚੋਂ ਧੀ ਉਠਾਉਣੀ ਹੈ, ਉਹਦੀਆਂ ਲਾਵਾਂ ਪੜ੍ਹਨੀਆਂ ਨੇ, ਉਹਦੇ ਫੇਰੇ ਕਰਾਉਣੇ ਨੇ, ਤੇ ਯਾਦ ਰੱਖੀ ਧੀ ਤੇ ਤੇਰੀ ਵੀ ਜਵਾਨ, ਇੱਕ ਦਿਨ ਉਹਨੇ ਵੀ ਬਰੂਹਾਂ ਦੇ ਵਿੱਚੋਂ ਉੱਠਣਾ ਹੈ, ਫੇਰੇ ਉਹਦੇ ਵੀ ਹੋਣੇ ਨੇ। ਘੱਟੋ ਘੱਟ ਧੀ ਨੂੰ ਵਿਆਹੁਣ ਲੱਗਿਆ ਤੇ ਇੰਨੀ ਕੁ ਸ਼ਰਮ ਕਰ ਜਾਂਦਾ ਕਿ ਜਿੱਦਾਂ ਦੀ ਮੇਰੀ ਧੀ ਹੈ ਇੱਦਾਂ ਦੀ ਬਗਾਨੇ ਦੀ ਧੀ ਹੈ, ਉਦੋਂ ਦਾਨਤ ਨਾ ਲੈਂਦਾ। ਸਾਈ ਪੁੱਤਰੀ ਜਜਮਾਨ ਕੀ, ਸਾ ਤੇਰੀ ਏਤ ਧਨ ਖਾਧੈ। ਕਹਿੰਦੇ ਧੀ ਦਾ ਪੈਸਾ ਖਾਣ ਦੇ ਨਾਲ, ਵਿਆਹ ਦੇ ਲਾਵਾਂ ਦੇ ਪੈਸਾ ਖਾਣ ਦੇ ਨਾਲ ਤੇਰਾ ਜਨਮ ਗਿਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੇਰਾ ਸਾਰੇ ਦਾ ਸਾਰਾ ਜਨਮ ਹੀ ਵਿਅਰਥ ਚਲਾ ਗਿਆ, ਸਾਰੇ ਦਾ ਸਾਰਾ ਜਨਮ ਹੀ ਜਿਹੜਾ ਉਹ ਬਿਲਕੁਲ ਵਿਅਰਥ ਚਲਾ ਗਿਆ। ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸਨ ਗੁਰਮੁਖ, ਉਹ ਕਹਿੰਦੇ ਸਨ ਧੀ ਭੈਣ ਦੇ ਘਰ ਦਾ ਪਾਣੀ ਵੀ ਨਹੀਂ ਪੀਣਾ। ਕਈ ਇਹੋ ਜਿਹੇ ਸਨ ਜਿਹੜੇ ਧੀਆਂ ਦੇ ਕੋਲ ਜਾਣਾ ਤੇ ਪਾਣੀ ਪੀਣ ਤੋਂ ਵੀ ਸੰਕੋਚ ਕਰਦੇ ਸਨ। ਇੱਥੋਂ ਤੱਕ ਵੀ ਇਹ ਕਿਹਾ ਜਾਂਦਾ ਹੈ ਕਿ ਚਲੋ ਰਹਿਤਨਾਮਿਆਂ 'ਚ ਵੀ ਆਉਂਦਾ ਹੈ ਕਿ ਸਿੱਖ ਧੀ ਭੈਣ ਦਾ ਪੈਸਾ ਨਾ ਖਾਏ। ਇਹ ਗੱਲ ਯਾਦ ਰੱਖਿਓ। ਮੁਬਾਰਕ ਅੱਜ ਸਾਡੀਆਂ ਧੀਆਂ ਕਮਾਈ ਕਰਦੀਆਂ ਨੇ, ਰੱਜ ਕੇ ਕਰਨ। ਪਰ ਮੈਂ ਇੱਕ ਗੱਲ ਕਰਦਾ ਹੁੰਦਾ, ਜਦੋਂ ਕੁਆਰੀਆਂ ਧੀਆਂ ਕਮਾਈ ਕਰਦੀਆਂ ਨੇ ਉਹਨਾਂ ਨੂੰ ਸ਼ੌਂਕ ਪੂਰੇ ਕਰ ਲੈਣ ਦਿਆ ਕਰੋ ਆਪਣੇ। ਕਈ ਵਾਰੀ ਇੱਦਾਂ ਹੁੰਦਾ ਪਤਾ ਨਹੀਂ ਜਿਹਦੇ ਲੜ ਲੱਗਣੀ ਉਹਨੇ ਚਵਲ ਨੇ ਕਿਹੋ ਜਿਹਾ ਨਿਕਲਣਾ ਹੈ। ਇਹ ਗੱਲ ਕਲੀਅਰ ਹੈ। ਉਹਨੇ ਪਤਾ ਨਹੀਂ ਤੁਹਾਡੇ ਸ਼ੌਂਕ ਪੂਰੇ ਹੋਣ ਦੇਣੇ ਜਾਂ ਨਹੀਂ ਹੈਗੇ। ਜੇ ਉਹ ਕਮਾਉਂਦੀ ਹੈ ਘੱਟੋ ਘੱਟ ਉਹਨੂੰ ਆਪਣੇ ਘਰ ਦੇ ਵਿੱਚ ਚਾਅ ਤੇ ਪੂਰੇ ਕਰ ਲੈਂਦੋ। ਜੇ ਗਾਂਹ ਜਾ ਕੇ ਚਾਅ ਨਹੀਂ ਪੂਰੇ ਹੁੰਦੇ, ਘੱਟੋ ਘੱਟ ਮਾਣ ਤੇ ਕਰੇਗੀ ਆਪਣੇ ਬਾਬੁਲ ਦੇ ਸਿਰ ਦੇ ਉੱਤੇ ਕਿ ਮੈਂ ਪਿਓ ਦੇ ਘਰ ਦੇ ਵਿੱਚ ਸੌਖੀ ਸਾਂ। ਸਤਿਗੁਰੂ ਕਹਿਣ ਲੱਗੇ ਇਹ ਗੁਰਮਤ ਦਾ ਜਾਂ ਸਾਡੇ ਕਹੀਏ ਸਿਆਣਿਆਂ ਨੇ ਇਹ ਤੱਤ ਕੱਢੇ ਹੋਏ ਨੇ। ਬਾਣੀ ਸਾਨੂੰ ਇਹ ਆਗਿਆ ਨਹੀਂ ਦਿੰਦੀ ਧੀ ਭੈਣ ਦਾ ਪੈਸਾ ਖਾਣ ਦੀ। ਪਰ ਅੱਜ ਪੁਰਾਣੇ ਸਮਿਆਂ 'ਚ ਇੱਦਾਂ ਹੁੰਦਾ ਸੀ ਕਿ ਧੀਆਂ ਨੂੰ ਵੇਚਿਆ ਜਾਂਦਾ ਸੀ। ਵੇਚਣ ਤੇ ਪੈਸੇ ਦੇ ਨਾਲ ਆਪਣੇ ਜਿਹੜਾ ਸੀ ਪੇਟ ਦੀ ਪੂਰਤੀ ਕੀਤੀ ਜਾਣੀ, ਨਸ਼ਾ ਪੱਤਾ ਪੀ ਲਿਆ ਵਗੈਰਾ, ਉਹ ਜਿਹੜਾ ਪੈਸਾ ਖਾਣਾ ਮਨਾ ਕੀਤਾ ਸੀ। ਹਾਂ ਅੱਜ ਇੱਕ ਪੱਖ ਹੈ ਕਿ ਜਦੋਂ ਧੀ ਕਮਾਉਂਦੀ ਹੈ, ਜੇ ਘਰ 'ਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈਗਾ, ਕੋਈ ਸਾਧਨ ਨਹੀਂ,
ਤੇ ਉਸ ਧੀ ਦੇ ਖਰਚੇ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਕੀਤਾ ਵੀ ਜਾਵੇ ਤੇ ਕੋਈ ਗਲਤ ਗੱਲ ਨਹੀਂ। ਪਰ ਕੇਵਲ ਤੇ ਕੇਵਲ ਧੀ ਦੇ ਮੋਢਿਆਂ ਤੇ ਇਹ ਗੱਲ ਪਾ ਦੇਣੀ ਕਿ ਇਹ ਕਮਾਵੇ ਤੇ ਅਸੀਂ ਵਿਹਲੇ ਬਹਿ ਕੇ ਖਾਈਏ, ਇਹਨੂੰ ਗੁਰਮਤ ਪ੍ਰਵਾਨਗੀ ਨਹੀਂ ਜੇ ਦਿੰਦੀ। ਇਹ ਗੱਲ ਯਾਦ ਰੱਖਿਓ। ਇਹ ਸਾਡੇ ਨਾ ਰਿਸ਼ਤੇਦਾਰਾਂ ਦੇ ਵਿੱਚ ਇਹ ਇੱਕ ਭੈਣ ਮੇਰੀ ਨੇ, ਉਹ ਜੌਬ ਕਰਦੀ ਹੈ, ਉਹਨੇ iPhone 12 ਲੈ ਲਿਆ। ਜਦੋਂ ਉਹਨੇ ਫੋਨ ਲਿਆ, ਮੈਂ ਘਰੇ ਗਿਆ ਰਿਸ਼ਤੇਦਾਰਾਂ ਦੇ, ਉਹ ਮੈਨੂੰ ਕਹਿਣ ਲੱਗੇ ਇੱਕ ਤੇ ਸਾਡੇ ਨਿਆਣੇ ਨਹੀਂ ਆਖੇ ਲੱਗਦੇ, ਕੁੜੀਆਂ ਨਹੀਂ ਆਖੇ। ਮੈਂ ਕੀ ਹੋਇਆ? ਕਹਿਣ ਲੱਗੇ ਆ ਲੱਖ ਸਵਾ ਲੱਖ ਰੁਪਏ ਦਾ iPhone ਚੁੱਕ ਕੇ ਲੈ ਆਈ ਹੈ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ, ਮੈਂ ਲੈਣ ਤਾਂ ਫਿਰ ਕੀ ਹੋਇਆ, ਪੈਸੇ ਕਿੱਥੋਂ ਹੋਏ? ਕਹਿੰਦੇ ਆਪਣੀ ਕਮਾਈ ਦੇ ਆ। ਮੈਂ ਜਿਹੜੀ ਧੀ ਉਹ ਰਾਤ ਦਿਨ ਵਿਚਾਰੀ ਲੈਪਟਾਪ ਤੇ ਮੱਥਾ ਮਾਰਦੀ ਰਹਿੰਦੀ, ਇੰਜੀਨੀਅਰ ਹੈ ਕੁੜੀ ਸਾਡੀ, ਮੈਂ ਉਹ ਦਿਨ ਰਾਤ ਲੈਪਟਾਪ ਤੇ ਮੱਥਾ ਮਾਰਦੀ। ਤੁਸੀਂ ਅੱਜ ਨਹੀਂ ਸ਼ੌਂਕ ਪੂਰੇ ਕਰਨ ਦੇ, ਪਿਓ ਕਿ ਨਹੀਂ ਸ਼ੌਂਕ ਪੂਰੇ ਕਰਨ ਦਿੰਦੇ, ਕੱਲ੍ਹ ਨੂੰ ਜੇ ਬਗਾਨੇ ਦੇ ਲੜ ਲਾਤੀ ਉਹਨੇ ਕਿੱਥੋਂ ਕਰਨ ਦੇਣੇ? ਘੱਟੋ ਘੱਟ ਅੱਜ ਇਹਨੂੰ ਸ਼ੌਂਕ ਪੂਰੇ ਕਰ ਲੈਂਦੇ। ਮੇਰੀ ਗੱਲ ਉਹਨਾਂ ਦੇ ਖਾਨੇ 'ਚ ਪਈ। ਮੈਂ ਧੀਆਂ ਨੂੰ ਰੋਕਿਆ ਨਾ ਕਰੋ, ਮੈਂ ਕਦੀ ਨਹੀਂ ਰੋਕਣ ਦਿੰਦਾ। ਚਲੋ ਮੇਰਾ ਇਹ ਆਪਣਾ ਨਿੱਜੀ ਵਿਚਾਰ ਹੈ। ਜਿਹੜੀਆਂ ਮੇਰੀਆਂ ਭੈਣਾਂ ਜਾਂ ਸਾਡੀਆਂ ਧੀਆਂ ਨੇ, ਮੈਂ ਕਦੀ ਨਹੀਂ ਰੋਕਦਾ ਕਿ ਹਾਂ ਠੀਕ ਹੈ, ਇੱਕ ਮਾਨ ਮਰਿਆਦਾ ਦੇ ਵਿੱਚ ਧੀ ਨੇ ਰਹਿਣਾ ਹੈ, ਪਰ ਉਹ ਆਪਣੀ ਮਰਜ਼ੀ ਦਾ ਖਾਵੇ, ਆਪਣੀ ਮਰਜ਼ੀ ਦਾ ਪੀਵੇ, ਆਪਣੀ ਮਰਜ਼ੀ ਦਾ ਹੰਡਾਵੇ। ਜੇ ਕਮਾਉਂਦੀ ਹੈ, ਜੇ ਸਾਡਾ ਪੁੱਤ ਕਮਾਉਂਦਾ ਹੈ, ਪੁੱਤ ਫੋਨ ਲਿਆਉਣ ਲੱਗਿਆ ਕਿਸੇ ਨੂੰ ਪੁੱਛਦਾ ਹੈ, ਫਿਰ ਧੀਓ ਕਿਉਂ ਪੁੱਛੇ? ਬਰਾਬਰਤਾ ਦਾ ਅਧਿਕਾਰ ਦੇਣਾ ਨਾ, ਧੀ ਨੂੰ ਬਰਾਬਰ ਦਾ ਪ੍ਰੇਮ ਦਿਆ ਕਰੋ। ਅਗਲੇ ਜੀਵਨ ਦਾ ਕੋਈ ਪਤਾ ਨਹੀਂ ਕਿੱਦਾਂ ਦਾ ਹੋ ਜਾਣਾ ਹੈ। ਮੈਨੂੰ ਬੜੀ ਵਾਰੀ ਇਹੋ ਜਿਹੇ ਸਵਾਲ ਆਉਂਦੇ ਨੇ ਜੀ ਧੀਆਂ ਇੱਦਾਂ। ਮੈਂ ਇੱਕੋ ਗੱਲ ਕਹਿੰਦਾ ਨਾ, ਕੋਈ ਗੱਲ ਨਹੀਂ, 4 ਦਿਨ ਘੁੰਮ ਫਿਰ ਲੈਣ ਦਿਓ, ਕਿਤੇ ਨਹੀਂ ਵਿਗੜਦੀਆਂ, ਕੁਛ ਨਹੀਂ ਹੁੰਦਾ। ਇੱਕ ਗੱਲ ਯਾਦ ਰੱਖਿਓ, ਕਈ ਸਮਾਜ ਸਾਡਾ ਇਹ ਕਹਿੰਦਾ ਜੀ ਧੀਆਂ ਵਿਗੜਦੀਆਂ ਨੇ, ਜ਼ਿਆਦਾ ਖੁੱਲ੍ਹ ਦਿੱਤੀਆਂ। ਪਰ ਮੈਂ ਇੱਕ ਬੇਨਤੀ ਕਰਾਂ, ਚਲੋ ਜਿੰਨੇ ਏਰੀਏ 'ਚ ਆਪਾਂ ਰਹਿ ਰਹੇ, ਇੱਥੋਂ ਦੀ ਜੋ ਮਾਹੌਲ ਹੈ, ਜਿੰਨੇ ਵਿਗੜਨਾ ਹੈ ਨਾ, ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਉਹਦੇ ਤੇ ਸਿਰ ਤੇ ਭਾਵੇਂ ਕੈਮਰਾ ਲਾ ਦੇ, ਉਹਨੇ ਤਾਂ ਵੀ ਵਿਗੜ ਜਾਣਾ ਜੀ। ਜਿਹਨੇ ਨਹੀਂ ਵਿਗੜਨਾ, ਉਹਨੂੰ ਜਿੰਨੀ ਮਰਜ਼ੀ ਢਿੱਲ ਦੇ ਦਿਓ। ਜਿਹਨੂੰ ਪਿਓ ਦੀ ਪੱਗ ਦਾ ਖਿਆਲ ਹੈ ਨਾ, ਉਹ ਜੀਵਨ ਦੇ ਵਿੱਚ ਕਦੀ ਇਹੋ ਜਿਹਾ ਕਰਮ ਨਹੀਂ ਕਰੇਗੀ ਪਿਓ ਤੇ ਭਰਾ ਦੀ ਪੱਗ ਕਦੀ ਨੀਵੀਂ ਹੋਵੇ। ਸੋ ਇਸ ਕਰਕੇ ਇਹ ਮਾੜੀ ਸੋਚ ਨੂੰ ਲੈ ਕੇ ਚੱਲਣਾ ਜੀ, ਧੀਆਂ ਮਾੜੀਆਂ ਨੇ, ਮਾੜੀ ਸੋਚ ਨੂੰ ਲੈ ਕੇ ਚੱਲਣਾ ਜੀ, ਇਹਨਾਂ ਨੂੰ ਜ਼ਿਆਦਾ ਖੁੱਲ੍ਹ ਦੇ ਕੇ ਜਿਹੜਾ ਇਹ ਪੁਰਾਣਾ ਰਿਵਾਜ ਨੇ, ਇਹ ਹਿੰਦੂ ਮੱਤ ਦੇ ਵਿੱਚੋਂ ਆਇਆ ਹੋਇਆ ਜਾਂ ਮੁਸਲਮਾਨਾਂ 'ਚੋਂ। ਮੁਸਲਮਾਨ ਕਹਿੰਦੇ ਸਨ ਇਹਨਾਂ ਨੂੰ ਬੁਰਕੇ 'ਚ ਰੱਖੋ। ਅੱਜ ਵੀ ਅਰਬ ਕੰਟਰੀਆਂ ਜਿਹੜੀਆਂ ਨੇ ਉਹ ਔਰਤਾਂ ਨੂੰ ਬੁਰਕੇ 'ਚ ਰੱਖਦੀਆਂ ਨੇ। ਅੱਜ ਇਹ ਗੱਲ ਗਲਤੀ ਮਨੁੱਖ ਦੀ, ਆਪਾਂ ਇਹ ਕੱਲ੍ਹ ਸਾਂਝਾ ਕੀਤਾ ਸੀ ਮੈਂ, ਗਲਤੀ ਕਿਸੇ ਦੀ ਭੋਗਣੀ ਕਿਸੇ ਨੂੰ ਪੈ ਰਹੀ ਹੈ। ਮੈਂ ਕੱਲ੍ਹ ਵੀ ਕਿਹਾ ਸੀ, ਇੰਦਰੀਆਂ ਤੇ ਤੂੰ ਕਾਬੂ ਪਾ, ਤੇ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਕਦੇ ਲਈ ਮਾੜਾ ਆਖਦਾ ਪਿਆ ਹੈ। ਸੋ ਇਹ ਮੈਂ ਥੋੜ੍ਹੀ ਜਿਹੀ ਬੇਨਤੀ ਕਰ ਦਿੱਤੀ। ਜਿਸ ਵੇਲੇ ਧੀ ਦਾ ਵਿਆਹ ਕੀਤਾ ਜਾਂਦਾ ਸੀ ਨਾ, ਉਹਨਾਂ ਸਮਿਆਂ ਦੇ ਵਿੱਚ ਉਦੋਂ ਇੰਨਾ ਕੁ ਜ਼ਿਆਦਾ ਪਿਓ ਦੇ ਸਿਰ 'ਤੇ ਭਾਰ ਹੁੰਦਾ ਸੀ। ਉਹਨੇ ਵਿਚਾਰੇ ਨੇ ਦਾਜ ਦਾ ਪ੍ਰਬੰਧ ਕਰਨਾ ਹੈ, ਰੋਟੀ ਦਾ ਪ੍ਰਬੰਧ ਕਰਨਾ ਹੈ, ਹਰ ਤਰ੍ਹਾਂ ਦਾ ਪ੍ਰਬੰਧ ਕਰਨਾ। ਤੇ ਮੁੰਡੇ ਵਾਲੇ ਬਰਾਤ ਲੈ ਕੇ ਆਉਂਦੇ ਨੇ, ਕਈ ਵਾਰੀ ਜਾ ਲੱਗਿਆ ਜੇ 2 ਸ਼ਬਦ ਕਹਿ ਜਾਣ ਨਾ ਕਿ ਰੋਟੀ ਚੰਗੀ ਨਹੀਂ ਖਵਾਈ, ਤੇ ਯਾਦ ਰੱਖਿਓ ਪਿਓ ਦਾ ਲੱਕ ਟੁੱਟ ਜਾਂਦਾ ਹੈ। ਜਿਹੜਾ ਸਾਰੀ ਉਮਰ ਦੀ ਕਮਾਈ ਜਿਹੜੀ ਹੈ ਉਹ ਧੀ ਦੇ ਵਿਆਹ ਤੇ ਲਾ ਦਿੰਦਾ ਕਿ ਮੇਰੀ ਧੀ ਨੂੰ ਕਦੀ ਪਰਿਵਾਰ ਦੇ ਵਿੱਚ ਗਾਂ ਮਿਹਣਾ ਨਾ ਵੱਜੇ। ਤੇ ਸਾਡੇ ਸਮਾਜ ਦੇ ਵਿੱਚ ਵਿਆਹ ਦੇ ਉੱਤੇ ਧੀ ਨੂੰ ਪੂਰੀ ਜਿਹੜਾ ਹੈ ਹਰ ਤਰ੍ਹਾਂ ਦੀ ਚੀਜ਼ ਮੁਹੱਈਆ ਕਰਾਈ ਜਾਂਦੀ ਹੈ, ਇਸੇ ਕਰਕੇ ਕਿ ਕੱਲ੍ਹ ਨੂੰ ਕੋਈ ਇਹ ਨਾ ਸਹੁਰੇ ਘਰ ਦੇ ਵਿੱਚ ਆਖੇ ਕਿ 4 ਜਾਣੇ ਲੈ ਕੇ ਗਏ ਹਾਂ ਬਰਾਤ ਦੇ, ਤੇਰੇ ਪਿਓ ਕੋ ਸਾਂਭੀ ਨਹੀਂ ਗਈ। ਇਹੋ ਗੁਰੂ ਨਾਨਕ ਸਾਹਿਬ ਗੱਲ ਕਹਿ ਰਹੇ ਨੇ, ਕਹਿੰਦੇ ਪਤਾ ਨਹੀਂ ਮਰਦ ਪ੍ਰਧਾਨ ਸਮਾਜ ਕਿੱਦਾਂ ਦਾ ਨਿਕਲਿਆ। ਧੀ ਦੇ ਪਿਓ ਨੇ ਪਤਾ ਨਹੀਂ ਕਿਵੇਂ ਪੈਸਾ ਇਕੱਠਾ ਕਰਕੇ ਧੀ ਨੂੰ ਜਿਹੜਾ ਆਪਣੀ ਉਹਦੀ ਡੋਲੀ ਨੂੰ ਬੂਹਾ ਤੋਂ ਉਠਾਉਣੀ ਹੈ। ਘੱਟੋ ਘੱਟ ਤੂੰ ਤੇ ਉਹਦੇ ਪੈਸੇ ਬਖਸ਼ ਦਿੰਦਾ ਨਾ। ਚਲੋ ਹੋਰਾਂ ਪੈਸਿਆਂ ਵਾਲੇ ਪਾਸੇ ਨਹੀਂ ਬਖਸ਼ੇ ਗਏ, ਮੁੰਡੇ ਵਾਲਿਆਂ ਨੇ ਗੱਡੀ ਮੰਗ ਲਈ, ਕਈ ਕੁਝ ਮੰਗ ਲਿਆ। ਆ ਉਹਨਾਂ ਸਮਿਆਂ ਦੇ ਵਿੱਚ ਧੀਆਂ ਵਿਆਹੁਣੀਆਂ ਵੇਖੋ, ਅੱਜ ਤੇ ਮਾਹੌਲ ਹੀ ਔਖਾ ਨਾ, ਅੱਜ ਕੱਲ੍ਹ ਪੁੱਤ ਵਿਆਹੁਣੇ ਔਖੇ ਹੋ ਗਏ ਨੇ। ਹੁਣ ਸਗੋਂ ਧੀ ਤੋਂ ਨਹੀਂ, ਹੁਣ ਧੀ ਤੇ ਆਈਲਟਸ ਕਰਦੀ ਹੈ ਤਾਂ ਮੁੰਡਾ ਵਿਚਾਰਾ ਜਾਂ ਨੌਕਰੀ ਲੱਭਦਾ ਜਾਂ ਮੇਰੇ ਵਰਗਾ ਰੁਪਈਆ 20 ਲੱਖ ਇਕੱਠਾ ਕਰਦਾ ਵੀ ਇਹਦੀ ਆਈਲਟਸ ਤੇ ਲਾਉਣੇ ਪੈਣੇ ਨੇ। ਹੁਣ ਸਿਸਟਮ ਬਦਲ ਗਿਆ, ਪਰ ਇਹ ਜੋ ਪੁਰਾਣਾ ਸਿਸਟਮ ਸਦਾ ਚੱਲਦਾ ਸੀ, ਇਹ ਅੱਜ ਚਲੋ ਕਿਤੇ ਫਿਰ ਦਾਜ ਦਾ ਕਨਸੈਪਟ ਆਇਆ ਨਾ, ਮੈਂ ਸਾਂਝਾ ਕਰਾਂਗਾ। ਜੇ ਕੋਈ ਗੱਡੀ ਦਿੰਦਾ ਹੈ ਨਾ, ਗੱਡੀ ਨੌਕਰੀ ਵਾਲੇ ਨੂੰ ਦਿੱਤੀ ਜਾਂਦੀ ਹੈ। ਅੱਜ ਮਤਾ ਰੌਲਾ ਪਾਓ ਕਿ ਤੁਸੀਂ ਦਾਜ ਦਾਜ ਦਾਜ, ਇਹ ਅੱਜ ਸਿਸਟਮ ਬਿਲਕੁਲ ਚੇਂਜ ਹੋ ਗਿਆ ਹੈ। ਕਦੀ 500-700 ਦਿਹਾੜੀ ਕਰਨ ਵਾਲੇ ਨੂੰ ਕੋਈ ਧੀ ਵਾਲਾ ਗੱਡੀ ਦਿੰਦਾ? ਨਹੀਂ ਦਿੰਦਾ। ਜਿਹਨੇ ਨੌਕਰੀ 70,000 ਰੁਪਇਆ ਤਨਖਾਹ ਲਿਆਉਣੀ, ਉਹਨੇ ਤਾਂ ਗੱਡੀ ਮੰਗਣੀ ਹੈ ਵੀ ਜਿਹਨੇ 10 ਲੱਖ ਦੇ ਕੇ ਨੌਕਰੀ ਲਈ ਹੈ। ਸੋ ਇਹ ਅੱਜ ਸਮਾਜ 'ਚ ਸਾਡੀਆਂ ਵੱਖਰੀਆਂ ਕੁਰੀਤੀਆਂ ਆ ਗਈਆਂ। ਪਰ ਜੋ ਪੁਰਾਣਾ ਸਮਾਜ ਹੈ, ਸਤਿਗੁਰੂ ਇਹ ਗੱਲ ਉਸ ਸਮੇਂ ਸਮਝਾ ਰਹੇ ਨੇ ਕਿ ਤੂੰ ਧੀ ਦੇ ਵਿਆਹ ਦੇ ਉੱਤੇ ਘੱਟੋ ਘੱਟ ਲੋਕਾਂ ਨੂੰ ਬਖਸ਼ ਦੇ। ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਨਹੀਂ ਬਖਸ਼ਿਆ ਜਾਂਦਾ। ਕਮੇਟੀਆਂ ਨੇ ਪੈਸੇ ਨਿਰਧਾਰਿਤ ਕੀਤੇ ਹੋਏ ਨੇ, ਇਹ ਇੰਨੇ ਪੈਸੇ ਦਿਓ ਜੀ ਲਾਵਾਂ ਦੇ, ਇੰਨੇ ਪੈਸੇ ਇੱਥੇ ਦੇ ਦਿਓ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਹ ਬਚਨ ਮੈਂ ਫੇਰ ਦੁਹਰਾ ਦੇਣਾ। ਸਤਿਗੁਰੂ ਕਹਿੰਦੇ ਹਰ ਥਾਂ ਤੇ ਤੂੰ ਪੈਸੇ ਲੈ ਲਾ, ਖੁਸ਼ੀ ਦੇ ਲੈ ਲਾ, ਗਮੀ ਦੇ ਲੈ ਲਾ। ਵਿਆਹ ਤੇ ਮੁੰਡੇ ਵਾਲਿਆਂ ਕੋਲ ਲੈ ਲਾ। ਪੁੱਤ ਦਾ ਵਿਆਹ ਉਹਨਾਂ ਨੇ ਬਥੇਰੇ ਇਹ ਭਾਣ ਵੀ ਸੁੱਟਣਾ, ਨੋਟ ਵੀ ਵਾਰਨੇ ਨੇ, ਉੱਤੋਂ ਦੀ ਵਾਰਨੇ ਵੀ ਕਰਨੇ ਨੇ, ਬੜਾ ਕੁਛ ਹੋਣਾ ਹੈ।
पर घट्टो घट धी वालियां नूं ते बख्शदे। कहन लगे सस्सै संजम गयो तेरा मूड़े एक दान तुद कुथाए लिया साई पुत्री जजमान की सा तेरी। इन्ना क जरूर असीं सोचिया करिए भी जिद्दां दी मैं किसी दी धी दीयां लावां कराउण लगा ना इदां दी कल नूं मेरे घर च भी धी है। धी ना होएगी भैन ते हैगी है ना, जे भैन नहीं है तो कल आने वाले समय दे विच किते ना किते तो आवेगी ना। धी साडे घरां च किसी भी रूप दे विच कहण लगे साई पुत्री जजमान की सा तेरी एत धन खाधै तेरा जन्म गया। कहंदे धी दा पैसा खाण दे नाल तेरा जन्म जांदा है। मैं बेनती करां कदी भी चलो ये तो धी दा पक्ष है ना, पैसे की गल चले जिंदगी दे विच एक गल नोट रखियो किसी दा पैसा ना खाओ, बड़ा औखा निकलदा जे। ये जिहड़ा तुसीं किसी गरीब बंदा मेहनत करदा है ना उहदी खून पसीने की कमाई हुंदी है। जे तुसीं किसी दी खून पसीने की कमाई कढ खांदे जे ना वो डॉक्टरां दे कोलों निकलनी है जाके वेख लिओ जिन्ना मर्जी हिसाब ला लिओ। मैं अक्सर उदाहरण इत्थे जिहड़ी है टप्पर वासियां दी देना ना, बड़े इहो जिहे मैं परिवार वेखे ने टप्पर वासी हो गए जां जिहड़े झौंपड़ियां च रहिंदे जां गरीब परिवार असीं निआणिਆਂ ਨੂੰ ठंड ते गर्मी च ਸਾਂਭ के रखते उदां दे उन्हां दे इदां ही भज्जे फिरदे ने। मैं सियाल च भी कहा सी ना वो तेड़ तंबी पाउंदे ना गल ना बात इदां ही कदी उन्हां नूं ठंड ही नहीं लगदी। उन्हां विचारिਆਂ ने अपना पैसा खाना है असीं हराम दा खाना डॉक्टरां नूं ते पूजने ही पैणे ने ना। ये हिसाब बराबर ही रहिंदा है, इस करके ना खाओ तो ना डॉक्टरां को जाओ, घट्टो घट सेहत ते बची रहे। सतगुरु इत्थे समझा रहे ने कहन लगे भलिया तू इन्नी शर्म ना कीती कि धी दा विआह कर लग्या मैं घट्टो घट भाड़ा ना लवां उहदे विआह दे पैसे ना लवां। जे धी नूं कुछ दे नहीं जोगे, धीआं ते सांझियां हुंदियां ने ना साडा समाज कहंदा हुंदा है। हुण नहीं मनदा कोई, ये गल वखरी है, अज नहीं ये गल मन्नी जाती पर साडे सियाणे कहंदे हुंदे सन धीआं सांझियां ने। सतगुरु कहन लगे लै भाड़ करे भी आह कहते तू कराया भाड़ा लैके धी का विआह करना शर्म कर। अगे बच्चे ने कह लगे कढ़ कागल दसे राह। कागल कहते नहीं जी पत्तरी नूं, कहते तू किद्दां किद्दां लोकां नूं लुटदा है। तू पत्तरी बनाउणा टेवा बनाउणा ते टेवे दे मुताबक उन्हां दी जिंदगी दे रूप रेखा दादा तैनूं आ चंगा है आ माड़ा काला पाली पीला ना पावी आ पावी आ ना पावी। सतगुरु कहते ये कित्थों दी सियाणप है। तो याद रखियो अज साडा सिख समाज भी इहदे विच ग्रस्त है। हत्थ दे विच मुंदरी पाउण नूं मना नहीं कीता गया, इहनूं ध्यान ना सुनियो। कोई हत्थ 'च छाप पाउंदा है ना उहदी मनाही नहीं है, पर नग वाली छाप जिहड़ी है तुसीं जो मर्जी कह दो बाबा जी फलानी जगह तो आई, वो आई पंडित दे कोलों ही हुंदी है। अज साडे भी कई इहो जे सरदार हुंदे ने कि सिर ते पग बद्धी हुंदी है ते हत्थां जिहड़ियां 3-4 उंगलां छापां नाल भरीਆਂ ने, किते कोई नग लाया होया किते कोई नग लाया होया। गुरमत इहनूं प्रवान नहीं जे करदी। कोई कहता अज काला कपड़ा पा ली, कोई कहता पीला पा ली, कोई कहता आ पा ली, कोई कहता आ पा ली। कमाल दी गल है। तू जे गुरु दे कोल आउणा इन्हां वहमां दे विचों निकल जा, इन्हां चीज़ां दे विच कुछ नहीं रखिया। कई कहणगे जी अज काला कपड़ा पाओ, मेरे ख्याल शनिवार पाउंदे ने ते कोई कहंदे जी इदां पा ली काला इदां पा ली। ते मैं बेनती करा साडे केस किहड़े रंग दे ने? सारिआं दे ही काले ने ना। हुण तो सुख नाल बीबियां नूं मुबारक आ भी बीबियां दे केस चिट्टे हुंदे ही नहीं कदी भी, पता नहीं की विचारियां खांदियां ने, साडे तो झट चिट्टे हो जांदे। बीबियां दे केस ही नहीं चिट्टे हुंदे, काले ही रहिंदे ने। जिन्हां दे केस ही काले ने उन्हां नूं काले कपड़े की लोड़ है। ये निक्के निक्के वहम पाए जांदे ने। कोई कहंदा ऐनूं मूँह कर नहीं करदा, कोई कहंदा ऐनूं। इन्हां चीज़ां दे नाल कोई गुरमत दा जां इउं कह लईए परमात्मा दा इन्हां चीज़ां नाल कोई संबंध नहीं। लुटना ही है तुसीं जिन्ना मर्जी लुटे जाओ। पर अज कमाल दी गल इह है कि पढ़िया लिखिया समाज भी अन्ने खूह च डिग रहा। उदों तो पंडित सी कल्ला, उहदे कोल विद्या सी, वो पत्तरी जिहड़ा टेवे ते बनाउंदा सी। अज पत्तरी कित्ते बनदी है? लैपटॉप दे उत्ते। लैपटॉप ते पत्तरी निकलदी ना, सॉफ्टवेयर हैगा तुसीं डाउनलोड कर सकदे जे। मैं कई बारी सोचदा ना बंदा इन्ना तरक्की कर गया, धर्म की दुनिया दे विच मूर्ख दा मूर्ख ही रह गया। जे अज एक पढ़िया लिखिया नौजवान इंजीनियर भी, एक साइंसदान जिन्हों जिहड़ा सारा कुछ ग्रहां की चाल नूं जाणदा है, वो भी लैपटॉप ते खोल के पत्तरी बैठा होया है। उन्होंने तुसीं की आखोगे? जां वो पढ़ाई माड़ी है जां आ पढ़ाई माड़ी है। फिर जे तू यूनीवर्सिटी 'च 10 साल 5 साल काहदे गाले, जे तू अजे भी पत्तरियां दे चक्करां 'च ही पैना। एक मैडम साइंस दे सबजैक्ट पढ़ाउंदी है तो शाम नूं आण के करवा चौथ दा वर्त रखदी है। ये मूर्ख ही आखांगे ना, ये भुलेखा लोकां दे विच पाया जा रहा है। सो सतगुरु इत्थे समझा रहे, कहने लगे कढ़ कागल दसे राह। कहते तू पत्तरी वेख वेख के लोकां नूं जिहड़ा वो जिंदगी दा राह दसदा। मैं एक बेनती करा, गुरमत इहदे बारे ये गल कहंदी है, कोई भी काम शुरू करना है ना तुसीं अरदास करके शुरू कर दिओ, गुरु तुहाडे नाल है। अमृत बाणी दा फैसला जी कीता लोड़ीए काम सो हर पै आखी है कारज देहो सवार सतगुर सच साखी है। गुरु दे अगे अरदास करियो। हाँ ये कुछ चीज़ों की अरदास नहीं हुंदी,
ਜਿਵੇਂ ਤੁਸੀਂ ਬਿਊਟੀ ਪਾਰਲਰ ਖੋਲੋ, ਉਹਦੀ ਅਰਦਾਸ ਨਹੀਂ ਹੋਵੇਗੀ, ਨਾ ਪਾਠ ਹੋਵੇਗਾ। ਤੁਸੀਂ ਠੇਕਾ ਸ਼ਰਾਬ ਦਾ ਖੋਲੋ, ਇਹ ਜੂਏ ਖਾਨੇ ਖੋਲੋ, ਆ ਜਿਹੜਾ ਨੇ ਚੱਲਦੇ ਖੇਡਾਂ ਖੂਡਾਂ ਚੱਲਦੀਆਂ ਨੇ, ਜਵਾਰਖਾਨੇ, ਇਹ ਖੋਲੋ, ਇਹਨਾਂ ਦੀ ਅਰਦਾਸ ਨਹੀਂ ਹੁੰਦੀ। ਸੋ ਕੁਝ ਚੀਜ਼ਾਂ ਜਿਹੜੀਆਂ ਮਨਮਤ ਨੇ, ਗੁਰਮਤ ਦੇ ਸਿਧਾਂਤਾਂ ਦੇ ਉਲਟ ਨੇ, ਜੂਏ ਖਾਨੇ, ਸ਼ਰਾਬ ਖਾਨੇ, ਵਸ਼ਈ ਖਾਨੇ ਹੋ ਗਏ, ਜਾਂ ਜਿੱਦਾਂ ਬਿਊਟੀ ਪਾਰਲਰ ਹੋ ਗਏ, ਜਾਂ ਨਾਈਆਂ ਦੀਆਂ ਦੁਕਾਨਾਂ ਹੋ ਗਈਆਂ, ਇਹਨਾਂ ਦੀ ਅਰਦਾਸ ਨਹੀਂ ਕਦੇ ਵੀ ਹੋ ਸਕਦੀ। ਬਾਕੀ ਤੁਸੀਂ ਆਪਣੇ ਜੀਵਨ 'ਚ ਕਿਸੇ ਨੇ ਘਰ ਦੀ, ਮਕਾਨ ਦੀ ਜਿਹੜੀ ਨੀਂਹ ਰੱਖਣੀ, ਉਹਦੀ ਅਰਦਾਸ ਹੈ। ਬੱਚੇ ਨੇ ਪੜ੍ਹਾਈ ਕਰਨ ਜਾਣੀ ਹੈ, ਉਹਦੀ ਅਰਦਾਸ ਹੈ। ਬੱਚਾ ਸਕੂਲ 'ਚ ਜਾਂਦਾ ਹੈ, ਕੋਈ ਤਰੱਕੀ ਰੱਬ ਨੇ ਦਿੱਤੀ ਹੈ, ਘਰ 'ਚ ਸੁੱਖ ਹੈ, ਦੁੱਖ ਹੈ, ਇਹਦੀਆਂ ਅਰਦਾਸਾਂ ਨੇ। ਤੇ ਮਹੂਰਤ ਦੇ ਚੱਕਰਾਂ ਦੇ ਵਿੱਚ ਸਿੱਖ ਨਹੀਂ ਜੇ ਪੈਂਦਾ, ਜਿਹੜਾ ਪੈਂਦਾ ਉਹ ਸਿੱਖ ਕੋਈ ਨਹੀਂ। ਮੈਂ ਇਸ ਬਿਲਕੁਲ ਸੰਕੋਚ ਵੇ ਜੇ ਸ਼ਬਦ, ਕਿਉਂਕਿ ਸਮੇਂ ਨੂੰ ਆਪਾਂ ਵੇਖ ਕੇ ਪੌੜੀ ਵੀ ਬਚਣੀ ਹੈ। ਇਹ ਇਹਨਾਂ ਚੀਜ਼ਾਂ 'ਚੋਂ ਗੁਰਮੁਖੋ ਬਿਲਕੁਲ ਨਿਕਲੀਏ, ਕੁਛ ਨਹੀਂ ਰੱਖਿਆ। ਚਲੋ ਸਾਡੇ ਮਾਂ ਪਿਓ ਪਏ ਹੁੰਦੇ ਨੇ, ਮੈਨੂੰ ਪਤਾ ਕਿ ਕਈਆਂ ਦੇ ਜਿਹੜਾ ਆਉਣ ਵਾਲਾ ਸਾਡਾ ਜਨਰੇਸ਼ਨ ਹੈ ਨਾ ਨਵੀਂ, ਇਹ ਆਪਾਂ ਤੇ ਪੜ੍ਹ ਗਏ, ਪਰ ਜਿਹੜੇ ਸਾਡੇ ਵੱਡੇ ਵਡੇਰੇ ਮਾਤਾ ਪਿਤਾ, ਉਹ ਕਈ ਵਾਰੀ ਪਏ ਹੁੰਦੇ ਨੇ। ਕੋਈ ਗੱਲ ਨਹੀਂ ਜੀ, ਉਹ ਪਏ ਨੇ, ਉਹਨਾਂ ਨੂੰ ਇੱਕ ਪਾਸੇ ਰਹਿਣ ਦਿਓ, ਘਰ 'ਚ ਕਲੇਸ਼ ਥੋੜ੍ਹੀ ਪਾਉਣਾ। ਹੁਣ ਮੇਰੀ ਗੱਲ ਜਾ ਕੇ ਤੁਸੀਂ ਸਿਆਪਾ ਪਾ ਲਓ, ਉਹਨਾਂ ਨੂੰ ਪਏ ਰਹਿਣ ਦਿਓ। ਆਪਣੀ ਜੀਵਨ ਦੇ ਵਿੱਚ ਇਹ ਗੱਲ ਨੂੰ ਲੈ ਕੇ ਮੰਨ ਕੇ ਚੱਲ ਜਾਓ ਵੀ ਇਦਾਂ ਦਾ ਕੁਛ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਆਪਣਾ ਮਾਂ ਬਾਪ ਦਾ ਫਰਜ਼ ਨਿਭਾਤਾ। ਹੁਣ ਮਾਂ ਬਾਪ ਬਣਦੀ ਸਾਡੀ ਵਾਰੀ ਹੈ, ਅਸੀਂ ਸਮਾਜ ਨੂੰ ਕੁਝ ਨਵਾਂ ਦੇ ਸਕੀਏ, ਤਾਂ ਸਾਡੇ ਪੜ੍ਹੇ ਲਿਖੇ ਦਾ ਫਾਇਦਾ ਹੈ, ਤਾਂ ਮਾਂ ਬਾਪ ਨੇ ਪੈਸੇ ਲਾਏ ਨੇ। ਬਹੁਤੇ ਬੱਚੇ ਇੱਦਾਂ ਦੇ ਨੇ ਪੜ੍ਹਨ ਲਿਖਣ ਵਾਲੇ, ਜਿਨ੍ਹਾਂ ਦੇ ਮਾਂ ਬਾਪ ਨੂੰ ਇਹ ਵੀ ਨਹੀਂ ਪਤਾ ਹੁੰਦਾ ਮੇਰੀ ਧੀ ਤੇ ਮੇਰਾ ਪੁੱਤ ਪੜ੍ਹਦਾ ਕੀ, ਉਹਨਾਂ ਨੂੰ ਕੋਰਸਾਂ ਬਾਰੇ ਨੌਲੇਜ ਹੀ ਨਹੀਂ, ਉਹ ਵਿਚਾਰੇ ਪੈਸੇ ਲਾਈ ਜਾਂਦੇ ਨੇ। ਪੁੱਛੋ ਕੀ ਕਰਦੇ, ਕਹਿੰਦੇ ਜੀ ਸਾਨੂੰ ਪਤਾ ਹੀ ਕੋਈ ਨਹੀਂ ਹੈ, ਸਾਨੂੰ ਪੜ੍ਹਾਈਆਂ ਦੀ ਨੌਲੇਜ ਨਹੀਂ। ਪਰ ਉਹ ਇੱਕ ਭਰੋਸੇ ਤੇ ਪੜ੍ਹਾਉਂਦੇ ਨੇ, ਮੈਂ ਆਪਣੇ ਬੱਚੇ ਨੂੰ ਪੜ੍ਹਾਵਾਂਗਾ, ਜੀਵਨ 'ਚ ਕੁਝ ਸਹੀ ਪਾਸੇ ਜਾਵੇ। ਜੇ ਤੂੰ ਪੜ੍ਹ ਕੇ ਵੀ ਇਹਨਾਂ ਵਹਿਮਾਂ ਦੇ ਵਿੱਚ ਹੀ ਪੈਣਾ ਹੈ, ਤੇ ਯਾਦ ਰੱਖੀ ਉਹ ਤੋਂ ਚੰਗਾ ਅਨਪੜ੍ਹ ਸਾਡੇ ਬਜ਼ੁਰਗ ਘਰਾਂ ਦੇ ਵਿੱਚ ਬੈਠੇ ਹੋਏ ਨੇ। ਜੇ ਬਜ਼ੁਰਗ ਕਹਿੰਦੇ ਸਨ ਪੁੱਤ ਬਿੱਲੀ ਲੰਘ ਗਈ ਰਸਤਾ ਕੱਟ ਗਈ, ਤੂੰ ਪਾਰ ਨਾ ਜਾਈ, ਜੇ ਤੂੰ ਯੂਨੀਵਰਸਿਟੀ 'ਚ ਜਾ ਕੇ ਕਹਿੰਦਾ ਹੈ ਕਿ ਬਿੱਲੀ ਰਸਤਾ ਕੱਟ ਗਈ ਮੈਂ ਪਾਰ ਨਹੀਂ ਜਾਣਾ, ਤੇਰੇ 'ਚ ਤੇ ਘਰ 'ਚ ਬੈਠੇ ਹੋਏ ਬਜ਼ੁਰਗ ਅਨਪੜ੍ਹ 'ਚ ਕੀ ਫਾਇਦਾ ਹੋਇਆ? ਪੈਸੇ ਵੀ ਰੋੜੇ ਨਾ ਫਿਰ। ਸੋ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ, ਕੁਛ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਰੱਖਿਆ। ਇਹ ਮੈਂ ਇੱਕ ਸਮਾਂ ਇੱਥੇ ਅਰਜ਼ ਵੀ ਕੀਤੀ ਸੀ, ਇਹ ਪੱਤਰੀਆਂ ਕਿਵੇਂ ਬਣਦੀਆਂ ਨੇ। YouTube ਤੇ ਅੱਜ ਹਰ ਚੀਜ਼ ਅਵੇਲੇਬਲ ਹੈ, ਤੁਸੀਂ ਸਰਚ ਮਾਰੋ, ਉਹ ਤੁਹਾਡਾ ਵਹਿਮ ਕੱਢ ਦੇਣਗੇ ਵੀ ਇਹ ਚੀਜ਼ਾਂ ਕਿੱਦਾਂ ਬਣਦੀਆਂ। ਸੋ ਸਤਿਗੁਰੂ ਇੱਥੇ ਸਮਝਾ ਰਹੇ ਨੇ, ਕਹਿੰਦੇ ਪੰਡਿਤ ਜੀ ਤੁਹਾਨੂੰ ਤੇ ਸਾਰਾ ਪਤਾ ਹੈ ਨਾ, ਚਲੋ ਹੁਣ ਇੱਥੇ ਤੁਹਾਨੂੰ ਮੈਂ ਬੈਠਾ ਵਹਿਮ 'ਚ ਪਾਦਾ, ਪਰ ਮੈਨੂੰ ਤੇ ਪਤਾ ਨਾ ਅਸਲੀਅਤ ਕੀ ਹੈ। ਸਤਿਗੁਰੂ ਕਹਿੰਦੇ ਤੁਹਾਨੂੰ ਤੇ ਪਤਾ, ਤੁਸੀਂ ਤੇ ਮਾੜੀ ਮੋਟੀ ਸ਼ਰਮ ਕਰ ਜੋ, ਕੱਢ ਕਾਗਲ ਦੱਸੇ ਰਾਹ। ਕਹਿੰਦੇ ਤੁਸੀਂ ਲੋਕਾਂ ਨੂੰ ਜਿਹੜਾ ਪੱਤਰੀਆਂ ਬਣਾ ਕੇ ਰਾਹ ਦੱਸ ਕੇ ਲੋਕਾਂ ਨੂੰ ਜਿਹੜਾ ਉਹ ਕੁਰਾਏ ਪਾ ਰਹੇ ਜੇ, ਸਿਰਫ ਇਹਦਾ ਮਕਸਦ ਇੰਨਾ ਕੀ ਹੈ ਜੀ, ਲੁੱਟਿਆ ਜਾਵੇ, ਹੋਰ ਕੋਈ ਮਕਸਦ ਨਹੀਂ ਹੈਗਾ। ਅੱਜ ਇਹ ਇਕੱਲਾ ਪੰਡਤਾਂ ਦਾ ਨਹੀਂ, ਅਸੀਂ ਵੀ ਬਲੈਕਮੇਲ ਕਰਦੇ ਹਾਂ। ਬੰਦਾ ਬਿਮਾਰ ਹੈ ਜਾਂ ਕੋਈ ਕੰਮ ਨਹੀਂ ਬਣਦਾ, ਸੰਗਤ ਆ ਕੇ ਬਾਬਾ ਜੀ ਕੀ ਕਰਾਂ, ਆ ਤੇ ਸਾਡੇ ਵਰਗੇ ਨਾਲ ਜੀ ਸੁਖਨੀ ਸਾਹਿਬ ਕਰਾ ਲਿਓ, 1100 ਤੇ ਆਊਗਾ ਨਾ ਸੁਖਨੀ ਸਾਹਿਬ ਦਾ। ਅਸੀਂ ਆਪਣਾ ਉੱਲੂ ਸਿੱਧਾ ਕਰਦੇ, ਉਦੋਂ ਵੀ ਪੰਡਿਤ ਕਹਿੰਦੇ ਸਨ ਪੂਜਾ ਕਰਾ ਲਾ, ਅੱਜ ਵੀ ਇਹ ਗੱਲ ਕਹੀ ਜਾਂਦੀ ਹੈ। ਸੋ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ। ਜਿੱਥੇ ਡਾਕਟਰ ਦੀ ਲੋੜ ਹੈ, ਮੈਂ ਕੱਲ੍ਹ ਵੀ ਕਿਹਾ ਸੀ, ਉਹਦਾ ਇਲਾਜ ਡਾਕਟਰ ਨੇ ਕਰਨਾ ਹੈ। ਜਿੱਥੇ ਪੜ੍ਹਾਈ ਦੀ ਲੋੜ, ਉਹਦਾ ਕੰਮ ਪੜ੍ਹਾਈ ਨੇ ਕਰਨਾ। ਜਿੱਥੇ ਵਕੀਲ ਦੀ ਲੋੜ, ਉੱਥੇ ਵਕੀਲ ਨੇ ਕੰਮ ਕਰਨਾ ਹੈ। ਜਿੱਥੇ ਗੁਰੂ ਦੀ ਲੋੜ, ਉੱਥੇ ਗੁਰੂ ਨੇ ਕੰਮ ਕਰਨਾ। ਇਸ ਕਰਕੇ ਜਿਹੜਾ ਵੀ ਕਰਮ ਕਰਨਾ ਤੂੰ ਅਰਦਾਸ ਕਰ, ਪਰ ਇਸ ਵਹਿਮ ਦੇ ਵਿੱਚ ਨਾ ਪਵੀਂ ਕਿ ਸ਼ਾਇਦ ਮੈਂ ਝਾੜੂ ਸਿੱਧਾ ਪੁੱਠਾ ਰੱਖ ਦੂੰਗਾ ਤੇ ਰਸਤੇ 'ਚ ਕੁਝ ਖਿਲਾਰ ਆਊਂ ਤੇ ਆ ਮੇਰੇ ਮਸਲੇ ਹੱਲ ਹੋ। ਇੱਦਾਂ ਦਾ ਕੁਛ ਨਹੀਂ ਹੁੰਦਾ। ਸਤਿਗੁਰੂ ਕਹਿ ਲਗੇ ਕੱਢ ਕਾਗਲ ਦੱਸੇ ਰਾਹ, ਅੱਗੇ ਕਹਿ ਲਗੇ ਸੁਣ ਲੋਕਾ, ਸੁਣ ਵੇਖੋ ਲੋਕਾ ਇਹ ਵਿਡਾਣ। ਵਿਡਾਣ ਦਾ ਕੱਲ੍ਹ ਅਰਥ ਕੀਤਾ ਸੀ ਮੈਂ, ਹੈਰਾਨੀਜਨਕ ਕੌਤਕ। ਕਹਿੰਦੇ ਆ ਕਿਹੋ ਜਿਹਾ ਪਖੰਡ ਵੇਖੋ ਇਹਨਾਂ ਦਾ ਪੰਡਤਾਂ ਦਾ। ਕੀ ਕਹਿੰਦੇ ਮਨ ਅੰਧਾ ਨਾਉ ਸੁਜਾਨ, ਕਹਿੰਦੇ ਮਨ ਦਾ ਤੇ ਅੰਨਾ ਤੁਰਿਆ ਫਿਰਦਾ ਏ, ਤੇ ਨਾਮ ਆਪਣਾ ਸਿਆਣਾ ਰੱਖਿਆ, ਨਾਮ ਵਿਦਵਾਨ ਅਖਵਾਉਂਦਾ ਪੰਡਿਤ ਪਿਆ ਏ। ਮਨ ਅੰਧਾ ਨਾਉ ਸੁਜਾਨ, ਮਨ ਦਾ ਅੰਨਾ ਤਾਈਓ ਤੇ ਲੋਕਾਂ ਨੂੰ ਖੂਹ ਦੇ ਵਿੱਚ ਪਾ ਰਿਹਾ ਨਾ। ਜੇ ਮਨ ਦਾ ਸਿਆਣਾ ਹੁੰਦਾ ਤੇ ਘੱਟੋ ਘੱਟ ਲੋਕਾਂ ਨੂੰ ਵਹਿਮ ਦੇ ਵਿੱਚੋਂ ਕੱਢ ਕੇ ਕਿਸੇ ਚੰਗੇ ਮਾਰਗ ਦੇ ਉੱਤੇ ਖੜਨ ਦਾ ਯਤਨ ਕਰਦਾ। ਸਾਡੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਇਹ ਤਰਾਸਦੀ ਹੈ। ਇੱਥੇ ਜਿੰਨਾ ਅਸੀਂ ਧਰਮ ਦੀ ਦੁਨੀਆ ਦੇ ਵਿੱਚ ਲੋਕਾਂ ਨੂੰ ਲੁੱਟ ਸਕਦੇ, ਉਹਨਾਂ ਹੋਰ ਕਿਸੇ ਵੀ ਫੀਲਡ 'ਚ ਨਹੀਂ ਤੁਸੀਂ ਲੁੱਟ ਸਕਦੇ। ਮੰਨ ਲਓ ਕੋਈ ਕਰਪਸ਼ਨ ਕਰਦਾ ਹੈ, ਕੋਈ ਰਿਸ਼ਵਤ ਲੈਂਦਾ, ਤੁਸੀਂ ਵੀਡੀਓ ਬਣਾ ਲਓਗੇ, ਉਹਦੀ ਵੀਡੀਓ ਵਾਇਰਲ ਕਰ ਦਿਓਗੇ, ਉਹਨੂੰ ਕਰਪਸ਼ਨ ਦੇ, ਉਹਨੂੰ ਰਿਸ਼ਵਤ ਦੇ ਕੇਸ 'ਚ ਫਸਾ ਸਕਦੇ ਜੇ। ਸਾਨੂੰ ਫਸਾ ਕੇ ਵਿਖਾਓ ਹਾਂ ਬਾਬਿਆਂ ਨੂੰ ਕਦੀ, ਸਾਨੂੰ ਤੇ ਆਪ ਪੈਸੇ ਦਿਓਗੇ, ਅਸੀਂ ਘੁੰਡੀ ਮਾੜੀ ਜੀ ਕਮਾਉਣੀ ਹੈ। ਮੈਂ ਬੜੀ ਵਾਰੀ ਅਰਜ਼ ਕਰਦਾ ਹੁੰਦਾ, ਸਾਡੇ ਤਾਂ ਕੈਮਰੇ ਸਿਰ ਤੇ ਲੱਗੇ ਹੁੰਦੇ ਨੇ, ਵੱਡੇ ਵੱਡੇ ਮੰਤਰੀ ਵੀ ਆਉਂਦੇ ਨੇ, ਬਾਬਾ ਜੀ ਵੋਟਾਂ ਨੇ, ਆ ਭੇਟਾ ਚੁੱਕੋ। ਇਹ ਇਸ ਕਰਕੇ ਜਿੰਨਾ ਅਸੀਂ ਤੁਹਾਨੂੰ ਲੁੱਟ ਸਕਦੇ ਹਾਂ ਨਾ, ਉਹਨਾਂ ਹੋਰ ਕੋਈ ਬੰਦਾ ਨਹੀਂ ਲੁੱਟ ਸਕਦਾ। ਇਹ ਇਹਨਾਂ ਵਹਿਮਾਂ ਦੇ ਵਿੱਚੋਂ ਨਿਕਲ ਜੋ, ਚੰਗੀ ਗੱਲ ਹੈ। ਆਪ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ, ਨਹੀਂ ਤੇ ਅਸੀਂ ਲੁੱਟਣ ਨੂੰ ਬੈਠੇ ਹਾਂ। ਬਿਲਕੁਲ ਸਪਸ਼ਟ ਮੈਂ ਕਹਿ ਦਿੰਦਾ। ਸਤਿਗੁਰੂ ਕਹਿੰਦੇ ਮਨ ਅੰਧਾ, ਮਨ ਦਾ ਅੰਨਾ ਤੁਰਿਆ ਫਿਰਦਾ ਹੈ, ਨਾਉ ਸੁਜਾਨ ਲੋਕ ਤੈਨੂੰ ਸਿਆਣਾ ਕਹਿੰਦੇ ਨੇ। ਇਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੂਰਖ ਦੀਆਂ ਨਿਸ਼ਾਨੀਆਂ ਪਤਾ ਕੀ ਹੈ? ਕਹਿਣ ਲੱਗੇ ਮੂਰਖ ਇਹ ਸਿਆਣਾ ਇਹ ਗੱਲ ਕਹਿੰਦਾ, ਕਹਿੰਦੇ ਹਮ ਕੀਆ ਹਮ ਕਰਾਂਗੇ। ਹੁਣ ਪੰਡਿਤ ਹੋਵੇ, ਸਾਡੇ ਵਰਗਾ ਕਥਾ ਵਾਲਾ ਹੋਵੇ, ਰਾਗੀ ਢਾਡੀ ਗ੍ਰੰਥੀ ਹੋਵੇ,
ਕਿਸੇ ਦਾ ਕੰਮ ਬਣ ਜੇ, ਕਹਿੰਦਾ ਜੀ ਮੈਂ ਕੀਤਾ, ਮੇਰੀ ਅਰਦਾਸ ਸੀ ਚੜ੍ਹਦੀ ਕਲਾ ਹੋ ਗਈ। ਸਤਿਗੁਰੂ ਕਹਿੰਦੇ ਤੂੰ ਭਲਿਆ ਅਰਦਾਸ ਤੂੰ ਕੀਤੀ ਸੀ, ਕਿਰਪਾ ਤੇ ਪਾਤਸ਼ਾਹ ਦੀ ਹੋਈ ਨਾ। ਮੇਰੇ ਕੋਲ ਹੁਣ ਇੰਨਾ ਸਮਾਂ ਨਹੀਂ ਮੈਂ ਇਹਨੂੰ ਖੋਲ ਸਕਾਂ, ਕਿਰਪਾ ਤੇ ਮਾਲਕ ਦੀ ਹੈ। ਬੋਲ ਮੇਰੇ ਸਨ, ਮੇਰੀ ਡਿਊਟੀ ਸੀ ਮੈਂ ਨਿਭਾਤੀ, ਮੇਰੀ ਜਗ੍ਹਾ ਕੋਈ ਹੋਰ ਹੁੰਦਾ ਅਰਦਾਸ ਤੇ ਤਾਂ ਵੀ ਪੂਰੀ ਹੋ ਜਾਣੀ ਸੀ। ਬੋਲ ਮੇਰੇ ਸਨ ਪਰ ਕਿਰਪਾ ਮਾਲਕ ਦੀ ਸੀ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਮੇਰਾ ਹਮ ਕੀਆ ਮਨ ਅੰਧਾ ਨਾਉ ਸੁਜਨ। ਮੂਰਖ ਬੰਦਾ ਕੀ ਕਹਿੰਦਾ, ਕਹਿੰਦਾ ਜੀ ਮੈਂ ਕੀਤਾ ਹੈ, ਹਮ ਕਰੇਂਗੇ ਮੈਂ ਕਰ ਸਕਦਾ ਹੈ। ਸਾਡੇ ਕਈ ਇਹੋ ਜਿਹੇ ਠੇਕੇਦਾਰ ਤੁਰੇ ਫਿਰਦੇ ਨੇ ਧਰਮ ਦੇ, ਜਿਹੜੇ ਕਹਿੰਦੇ ਜੀ ਸਾਡੇ ਬਾਬਿਆਂ ਦੀ ਅਰਦਾਸ ਕਦੀ ਖਾਲੀ ਨਹੀਂ ਜਾਂਦੀ, ਸਾਡੇ ਇੱਥੇ ਗੁਰਦੁਆਰੇ ਦੀ ਅਰਦਾਸ ਕਦੀ ਖਾਲੀ ਜਾਂਦੀ। ਕੋਈ ਪੰਡਿਤ ਕਹਿੰਦਾ ਅਖਬਾਰ ਤੇ ਆ ਰਿਹਾ ਹੁੰਦਾ ਹੈ, ਅਖਬਾਰ ਹੁਣ ਅਨਪੜ੍ਹ ਪੜ੍ਹਦਾ ਹੈ, ਪੜ੍ਹਿਆ ਲਿਖਿਆ ਪੜ੍ਹਦਾ ਹੈ, ਉੱਥੇ ਲਿਖਿਆ ਹੁੰਦਾ ਹੈ ਜੀ ਕੰਮ 100% ਗਰੰਟੀ ਦੇ ਨਾਲ ਪੱਕਾ, ਤਲਾਕਸ਼ੁਦਾ, ਨਿੱਕੜ ਸੁੱਕੜ, ਲੈਟਰ ਨਟਰ ਪੜਨ ਸਾਰਾ ਲਿਖਿਆ ਹੁੰਦਾ ਹੈ। ਇਹ ਕਿਹੋ ਜਿਹੇ ਵਹਿਮ ਨੇ। ਇੱਕ ਪੜ੍ਹਿਆ ਲਿਖਿਆ ਅਖਬਾਰ ਪੜ੍ਹ ਕੇ ਉਹਨੂੰ ਫੋਨ ਕਰਦਾ ਜੀ ਮੇਰਾ ਕੰਮ ਰਹਿੰਦਾ ਕਰਾ ਦਿਓ। ਸਤਿਗੁਰੂ ਕਹਿੰਦੇ ਮਨ ਅੰਧਾ ਨਾਉ ਸੁਜਾਨ। ਗੁਰੂ ਅਮਰਦਾਸ ਜੀ ਕਹਿੰਦੇ ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਾ ਵਾਰ ਗਵਾਰ। ਕਹਿੰਦੇ ਡੰਗਰ ਨੂੰ, ਕਹਿੰਦੇ ਇਹ ਮੂਰਖਾਂ ਦੇ ਇਹ ਡੰਗਰਾਂ ਵਾਲੇ ਕੰਮ ਨੇ। ਜਿਹੜਾ ਦਾਅਵਾ ਕਰਦਾ ਜੀ ਮੈਂ ਕੀਤਾ ਤੇ ਮੈਂ ਹੀ ਕਰਾਂਗਾ, ਕਿਉਂ? ਕਹਿੰਦੇ ਕਰਨੇ ਵਾਲਾ ਵਿਸਰਿਆ ਭਲਿਆ, ਕਰਨ ਵਾਲਾ ਤੇ ਮਗਰ ਪ੍ਰਮਾਤਮਾ ਸੀ, ਉਹ ਤੂੰ ਭੁੱਲ ਕੇ ਬੈਠ ਗਿਆ ਦੂਜੇ ਪਾਏ ਪਿਆਰ, ਤੇ ਆਪਣੀਆਂ ਹੀ ਤਾਕਤਾਂ ਦੇ ਨਾਲ ਪਿਆਰ ਪਾ ਕੇ ਬੈਠ ਗਿਆ, ਆਪਣੇ ਆਪ ਨੂੰ ਤੂੰ ਪ੍ਰਧਾਨ ਬਣਾ ਕੇ ਬੈਠ ਗਿਆ। ਸਤਿਗੁਰੂ ਕਹਿ ਲਗੇ ਮਨ ਅੰਧਾ ਨਾਉ ਸੁਜਾਨ ਪੌੜੀ। ਇਹ 4 ਸ਼ਲੋਕ ਨੇ, 4 ਸ਼ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇ। ਮੈਂ ਥੋੜ੍ਹੀ ਜਿਹੀ ਰਿਪੀਟ ਕਰਕੇ ਪੌੜੀ ਦੇ ਅਰਥ ਕਰ ਦੇਣਾ, 2-4 ਮਿੰਟ ਵੱਧ ਲਾ ਲਾਂਗੇ। ਇਹ ਪਹਿਲੇ ਸ਼ਲੋਕ ਦੇ ਵਿੱਚ ਇਹ ਸਾਰੀ ਜਿਹੜੀ ਗਾਥਾ ਹੈ ਨਾ, ਇਹ ਪੰਡਿਤ ਹਰਦਿਆਲ ਨੂੰ ਉਸ ਵੇਲੇ ਕਹੀ ਗਈ ਹੈ ਜਿਸ ਵੇਲੇ ਜਨੇਊ ਪਾਉਣਾ ਹੁੰਦਾ ਹੈ। ਤੇ ਸਤਿਗੁਰਾਂ ਨੇ ਕਿਹਾ ਭਲਿਆ ਜੇ ਜਨੇਊ ਪਾਉਣਾ ਤੇ ਦਇਆ ਦੀ ਕਪਾਲ ਹਵੇ, ਸੰਤੋਖ ਸੂਤ ਜੇ ਜੱਤ ਦੀਆਂ ਗੰਢਾਂ ਤੇ ਸੱਤ ਦਾ ਵੱਟ ਚੜ। ਤੇ ਜਿਹੜਾ ਤੂੰ ਜਨੇਊ ਪਾਇਆ ਏ, ਸਤਿਗੁਰੂ ਕਹਿ ਲਗੇ ਇਹ ਟੁੱਟ ਜਾਣਾ, ਇਹ ਮੈਲਾ ਹੋ ਜਾਣਾ। ਜੇ ਅਸਲੀ ਜਨੇਊ ਪਾਉਣਾ ਹੈ ਤੇ ਆਪਣੀਆਂ ਇੰਦਰੀਆਂ ਨੂੰ ਪਾ। ਕੱਲ ਪੜਿਆ ਸੀ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਅੱਗੇ ਸਤਿਗੁਰੂ ਕਹਿਣ ਲੱਗੇ ਜੇ ਤੂੰ ਰੱਬ ਦੇ ਘਰ 'ਚ ਪਹੁੰਚਣਾ ਹੈ ਨਾ ਤੇ ਘੱਟੋ ਘੱਟ ਸ਼ਰਮ ਕਰਨੀ ਸ਼ੁਰੂ ਕਰ ਦੇ। ਮੈਂ ਸੌਖੇ ਸਿੱਧੇ ਸ਼ਬਦ ਵਰਤ ਰਿਹਾ ਕਿਉਂਕਿ ਆਪਾਂ ਪੌੜੀ ਵਾਚਣੀ ਹੈ। ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਕਾਰ ਕਰਾਏ ਸੀ। ਇੱਥੇ ਸਤਿਗੁਰੂ ਕਹਿੰਦੇ ਲੋਕਾਂ ਨੂੰ ਨਹੀਂ ਪਤਾ, ਉਹ ਵਿਚਾਰੇ ਭੋਲੇ ਧਰਮ ਦੀ ਦੁਨੀਆ 'ਚ ਲੁੱਟੇ ਜਾਂਦੇ ਨੇ। ਤੂੰ ਲੁੱਟਣ ਵਾਲੇ ਸ਼ਰਮ ਕਰ ਲੈ, ਕਿਸੇ ਦੀ ਧੀ ਦਾ ਵਿਆਹ ਕਰਦਾ ਉਦੋਂ ਥੋੜ੍ਹੀ ਸ਼ਰਮ ਕਰ ਲਿਆ ਕਰ। ਦੂਜਾ ਜਿਹੜੀਆਂ ਪੱਤਰੀਆਂ ਦੇ ਭੁਲੇਖਿਆਂ ਦੇ ਵਿੱਚ ਪਾਉਣਾ ਹੈ, ਇਹਨਾਂ ਵਹਿਮਾਂ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਕਰ, ਪਾਇਆ ਨਾ ਕਰ, ਕਿਉਂਕਿ ਮਨ ਦਾ ਤੂੰ ਅੰਨਾ ਹੈ ਨਾ ਸਿਆਣਾ ਰੱਖਿਆ। ਅੱਜ ਪੌੜੀ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਸਾਹਿਬ ਹੋਏ ਦਇਆਲ। ਇਹਦਾ ਪਾਠ ਸਾਹਿਬ ਨਹੀਂ ਕਰਨਾ, ਬਾਣੀ ਦੇ ਵਿੱਚ ਸਾਹਿਬ ਵੀ ਆਇਆ ਹੈ ਸਾਹਿਬ ਵੀ ਆਇਆ ਹੈ। ਇੱਥੇ ਸੱਸੇ ਨੂੰ ਕੰਨਾ ਹਾਹੇ ਨੂੰ ਸਿਆਰੀ ਹੈ ਜੀ। ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਕਹਿ ਲਗੇ ਜਦੋਂ ਉਹ ਪਰਮਾਤਮਾ ਦਇਆਲ ਹੁੰਦਾ, ਇਹਨੂੰ ਸਮਝੀ ਜਾਇਓ ਥੋੜ੍ਹੇ ਜਿਹੇ, ਮੈਂ ਅੱਖਰੀ ਅਰਥ ਕਰ ਦਿੰਦਾ ਕੇਵਲ। ਜਦੋਂ ਪਰਮਾਤਮਾ ਦਇਆਲ ਹੁੰਦਾ ਹੈ, ਅਕਾਲ ਪੁਰਖ ਦਇਆ ਕਰਦਾ ਹੈ, ਕਿਰਪਾ ਕਰੇ, ਉਹ ਕਿਰਪਾ ਸਭ ਤੋਂ ਪਹਿਲੀ ਉਹਦੀ ਨਿਸ਼ਾਨੀ ਦਇਆਲਤਾ ਦੀ ਇਹ ਹੈ ਜੀ, ਉਹ ਕਿਰਪਾ ਕਰਨੀ ਸ਼ੁਰੂ ਕਰ ਦਿੰਦਾ ਹੈ। ਸਾਹਿਬ ਹੋਏ ਦਇਆਲ, ਜਦੋਂ ਪਰਮਾਤਮਾ ਦਿਆਲਤਾ ਦੇ ਘਰ 'ਚ ਆਉਂਦਾ ਹੈ, ਰਹਿਮਤ ਦੇ ਘਰ 'ਚ ਕਿਸੇ ਨੂੰ ਗਰੀਬ ਨਿਵਾਜੀ ਕਰਨ ਆਉਂਦਾ ਹੈ ਨਾ, ਕਿਰਪਾ ਕਰੇ, ਕਹਿੰਦੇ ਉਹ ਤੁਹਾਡੇ ਤੇ ਕਿਰਪਾ ਕਰਨੀ ਸ਼ੁਰੂ ਕਰ ਦਿੰਦਾ ਜੀ। ਤੇ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਨਾ, ਕਈ ਵਾਰੀ ਮਨੁੱਖ ਇੱਥੇ ਮਨ 'ਚ ਸ਼ੰਕਾ ਕਰ ਜਾਂਦਾ ਹੈ ਜੇ ਮੇਰੇ ਤੇ ਕਿਰਪਾ ਹੋ ਗਈ ਤੇ ਮੇਰਾ ਆਹ ਅੜਿਆ ਕੰਮ ਬਣ ਜਾਏਗਾ ਕਿ ਨਹੀਂ ਬਣ ਜਾਏਗਾ। ਜਿਵੇਂ ਮੈਂ ਕਿਹਾ ਅਰਦਾਸ ਕਰਕੇ ਕੰਮ ਸ਼ੁਰੂ ਕਰ ਦੋ। ਹੋਰ ਪੰਡਿਤ ਕਹਿੰਦਾ ਵੀ ਲਾਲ ਕੱਪੜਾ ਜਿਹੜਾ ਨਾਰੀਅਲ ਲਵੇਟ ਕੇ ਤੂੰ ਚੜਾਵੀਂ ਤੇ ਤੇਰਾ ਕੰਮ ਬਣ ਜਾਏਗਾ। ਸਾਨੂੰ ਨਾਰੀਅਲ ਤੇ ਯਕੀਨ ਹੈ, ਪੰਡਿਤ ਤੇ ਸਾਨੂੰ ਕੀਤੀ ਹੋਈ ਅਰਦਾਸ ਤੇ ਯਕੀਨ ਨਹੀਂ, ਇਹ ਸੱਚਾਈ ਹੈ। ਪੰਡਿਤ ਦਾ ਕਿਹਾ ਹੋਇਆ ਨਾਰੀਅਲ ਉਹ ਸਾਨੂੰ ਪ੍ਰਵਾਨ ਹੈ, ਉਹਦੇ ਤੇ ਯਕੀਨ ਹੈ। ਗੁਰੂ ਦੀ ਅਰਦਾਸ ਤੇ ਸਾਨੂੰ ਕੀਤੀ ਹੋਈ ਤੇ ਯਕੀਨ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਜੇ ਉਹ ਕਿਰਪਾ ਕਰਨ ਤੇ ਆਉਂਦਾ ਹੈ ਨਾ, ਤੇ ਯਾਦ ਰੱਖੀ ਬਗਲਾ ਤੇ ਹੰਸ ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ। ਹੰਸ ਵੀ ਚਿੱਟਾ ਹੈ, ਬਗਲਾ ਵੀ ਚਿੱਟਾ ਭੁਲੇਖਾ ਪਾਉਂਦਾ ਹੈ, ਪਰ ਪਰਮਾਤਮਾ ਜਿੱਦਣ ਕਿਰਪਾ ਕਰਨ ਤੇ ਆਉਂਦਾ ਹੈ ਉਹ ਕਾਲਿਆਂ ਕਾਵਾਂ ਨੂੰ ਵੀ ਫੜ ਕੇ ਹੰਸ ਬਣਾ ਦਿੰਦਾ ਜੀ। ਇਹ ਜੇ ਉਹ ਕਿਰਪਾ ਕਰੇ ਉਹ ਕੁਛ ਵੀ ਕਰ ਸਕਦਾ। ਭਰੋਸਾ ਤੁਹਾਡਾ ਚਾਹੀਦਾ। ਉਹ ਅਸੀਂ ਬਚਨ ਪੜ੍ਹਦੇ ਗੁਰੂ ਅਰਜੁਨ ਸਾਹਿਬ ਦਾ, ਕਹਿਣ ਲੱਗੇ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ। ਕਹਿੰਦੇ ਜੇ ਪਰਮਾਤਮਾ ਕਿਰਪਾ ਕਰਨ ਤੇ ਆ ਜੇ ਨਾ, ਉਹਦੇ ਵਾਸਤੇ ਕੀ ਹੰਸ ਕੀ ਬਗਲਾ। ਜੇ ਕਹਿ ਲੱਗੇ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਜੇ ਉਹਨੂੰ ਚੰਗਾ ਲੱਗੇ ਨਾ, ਉਹ ਕਾਲਿਆਂ ਕਾਵਾਂ ਨੂੰ ਵੀ ਚਿੱਟੇ ਹੰਸ ਬਣਾ ਦਿੰਦਾ। ਸਾਹਿਬ ਹੋਏ ਦਿਆਲ ਕਿਰਪਾ ਕਰੇ, ਜੇ ਉਹ ਪਰਮਾਤਮਾ ਕਿਰਪਾ ਕਰ ਦੇਵੇ ਨਾ, ਫਿਰ ਵਾਰੇ ਨਿਆਰੇ ਹੋ ਜਾਂਦੇ ਨੇ। ਅੱਗੇ ਸਤਿਗੁਰੂ ਕਹਿ ਲੱਗੇ ਤਾਂ ਸਾਈ ਕਾਰ ਕਰਾਏ ਸੀ। ਇਹਦਾ ਪਾਠ ਸਾਈ ਨਹੀਂ ਕਰਨਾ, ਬਾਣੀ 'ਚ ਸਾਈ ਵੀ ਆਇਆ ਹੈ ਸਾਈ ਵੀ ਆਇਆ। ਸਾਈ ਇਹ ਪ੍ਰਣਾਮ ਹੁੰਦਾ ਹੈ, ਵਿਆਕਰਨ ਦੇ ਵਿੱਚ ਸਾਈ ਦਾ ਅਰਥ ਕਰਾਂਗੇ ਉਹ ਪ੍ਰਣਾਮ ਦੇ ਤੌਰ ਤੇ ਵਰਤਿਆ ਗਿਆ ਹੈ। ਜੇ ਸਾਈ ਕਰਾਂਗੇ, ਸਾਈ ਦਾ ਅਰਥ ਹੈ ਖਸਮ, ਇੱਥੇ ਪ੍ਰਣਾਮ ਲਵਾਂਗੇ ਆਪਾਂ, ਇਹਦਾ ਅਰਥ ਕਰਾਂਗੇ ਉਹ। ਕਹਿੰਦੇ ਜਦੋਂ ਮਨੁੱਖ ਦੇ ਉੱਤੇ ਪਰਮਾਤਮਾ ਕਿਰਪਾ ਕਰ ਦਿੰਦਾ ਹੈ ਨਾ, ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਪਰਮਾਤਮਾ ਫਿਰ ਆਪਣੇ ਸੇਵਕ ਕੋ ਉਹ ਕੰਮ ਕਰਾਉਂਦਾ ਜੋ ਪਰਮਾਤਮਾ ਨੂੰ ਚੰਗੇ ਲੱਗਦੇ ਨੇ।
तो मैं तुहानूं इत्थे एक चलो तजर्बा दस देना, जो मनुख रब के चरणों 'च प्रवान हो जाता है ना, तुसीं लख गलत पासे वाले चले जाओ, रब जान नहीं जे दिंदा। ये प्रतख कीतियां होईयां साडीआं चीज़ां ने। चलो सारियां चीज़ां नहीं स्टेज ते बोलियां जांदियां। भाई जो आपां गुर इतिहास पढ़ते हैं, जोगा वेसवा के द्वारे चला गया ना, चला गया, फिर कर ली मन मर्जी, नहीं कर सकिया, गुरु ने किसी ना बहाने खिंच के लै आंदा, क्योंकि उन्होंने गुरु का प्यारा सी। जिहड़ा गुरु का प्यारा बन जाए, तुसीं जिथे मर्जी भज जाओ, जो गुरु ने बचाउणा उन्हें बचा ही लेना, उन्हें नहीं तुहानूं गलत पासे जान देना। एक तो फिर टॉपिक चलेगा, मैं आपां जरूर इस विषय के उत्ते गल करांगे। सतगुरु कह लगे तां साईकार कराए सी ओहो ही काम सेवक दे कोलों परमात्मा कराउंदा, जो परमात्मा नूं भाउंदा। कदों? जो परमात्मा तुहाडे ते किरपा करके तुहाडा ख्याल रखन लग पे। अगे कह लगे सो सेवक सेवा करे, ओहो सेवक ही परमात्मा की दसी हुई सेवा करता है। इत्थे सेवा का अर्थ सिमरन कर लांगे, ज़्यादा सौखा हो जाएगा। ओह मनुख ही नाम जपदा है, बाणी पढ़ सकता है। कौन? जिसनों हुक्म मनाए सी, जिन्हों परमात्मा हुक्म की दात दे देवे। तो बाणी का फलसन है जी, सुहेला कहन कहावन बिखम तेरा बिखम भावन। बिखम कहते हैं औखे नूं कहंदे मालका, कहना बड़ा सौखा, तेरा भाना बड़ा, मनना बहुत औखा। हुक्म मैं कह के चल जाऊँगा, तुसीं सुन के चल जाओ, हुक्म मनना बड़ा औखा। पर जिद्दन कोई हुक्म मन लैंदा है, सतगुरु कहंदे फिर जिसनों हुक्म मनाए से, जिन्हों परमात्मा आप मेहर करके हुक्म मनन की दात दे दिंदा है ना, फिर सेवक उस परमात्मा की सेवा दे विच जुड़ जाता है। सो सेवक सेवा करे, ओह सेवक ही मालक की सेवा करता है, जिसनों हुक्म मनाए से, जिसनों परमात्मा हुक्म की दात दे दिंदा है, जिहदे कोल हुक्म मनाउंदा है। हुक्म मन्निया हुण रब ने कहता तू हुक्म मन, उन्हें मना दिता हुक्म। एक गल याद रखियो, मैं ऐड कर देवां, कुछ लोग कहंदे असीं रब नूं नहीं मनदे। तुहाडे कहण नाल कुछ नहीं होना, उन्हें जो करना उन्हें कर ही देना है। परमात्मा तुसीं कहंदे ना मैं हुक्म नूं नहीं मनदा, तुसीं कही जाओ मैं सूरज नहीं चढ़न देना, रोक लोगे? उन्हें चढ़ ही जाना है। तुसीं किसी चीज़ नूं नहीं रोक सकते, अपने जीवन च भी नहीं रोक सकते। परमात्मा ने जो करना उन्हें करके रख के तुहानूं प्रतख विखा देना है। सतगुरु कह लगे हुक्म मन्निया, जे तू इनू सत्त करके मान ले कि जो परमात्मा करता है, जो तुद भावै साई भली कर, मेरे लिए उही चंगा है जो तू करदा है। कह लगे हुक्म मन्निया होवै प्रवान, कहते जे मालक के बचनों को सत्त करके मनन लग पे ना, रब के दरगाह च प्रवान हो जाएगा। इन्ना फायदा है तेरा। जे कहेगा मैं हुक्म नहीं मानता, फिर ठेडे खांदा फिरी। जे उस हुक्म को सत्त करके मान ले कि मालक जी जो तुसी करता तुहाडा धन्नवाद, सतगुरु कहते तू मालक के दर ते प्रवान हो जाएगा। हुक्म मन्निया होवै प्रवान, प्रवान होकर की मिलू जी? ता खसमे का महल पाए सी, उस मालक का, उस खसम का, महल का अर्थ होंदा घर। उहदे घर दे विच तैनूं इज्जत मिल जाएगी, उहदा घर मिल जाएगा, उहदे चरनां च थां मिल जाएगी। अगे कह लगे खसमै भावै सो करे। कहंदे हुण जिहड़ा मनुख परमात्मा नूं चंगा लगदा है ना, प्यारा लगदा है ना, वो उहिओ काम करदा है जो परमात्मा नूं चंगे लगदे ने। खसमै भावै सो करे, जिहड़ा मनुख परमात्मा दे हुक्म अनुसार ही कर्म करदा है। सतगुरु कह लगे मनो चिंदिया सो फल पाए सी। मनो चिंदिया मन के अनुसार ही, इच्छा मेरी मैं आ कर्म करा। जे मैं गुरु के दर ते प्रवान हो गया, परमात्मा कहता लै तू आ फल चाहुंदा चुक ला। असी सारी उम्र ला देने कि मैनूं आ मिले नहीं मिलिया। जिस वेले परमात्मा के हुक्म दे विच तुर पे, फिर जो परमात्मा के कोलों मंगोगे, जो मांगे ठाकुर अपने ते सोई सोई देवै। वो हर दात तुहानूं देंदा है, पर कदों? जो उन्होंने मनन लग पोगे, उहदे नाल प्यार पालोगे। खसमै भावे सो करे, मनो चिंदिया सो फल पाए सी। मन इच्छक फल परमात्मा के कोलों प्राप्त हो जाता है। तो अखीर ते कह लगे तां दरगाह पैदा जाए सी। इहदा पाठ मैं परसों भी कहा सी, दरगाह नहीं करना। दरगाह गग्गे नूं हा कन्ना लगता है, ये दरगाह चारे अखर मुक्ते ने। कह लगे तां दरगाह पैदा, समुची बाणी दे विच पैंदा शब्द नहीं किते भी आया। पैदा, पैदा दा अर्थ हुंदा जी सिरपाओ। मैं एक मिनट बेनती करके समाप्ति करा। कहंदे जिहड़ा मनुख परमात्मा के हुक्म नूं मन के उहदे अनुसार ही होके चलदा है ना, उहनूं परमात्मा की दरगाह चों सरोपा मिलदा जी। अज मेरे को समा नहीं बहुता, याद रखो एक सरोपे वो ने जिहड़े इत्थों सानूं मिलदे ने। इत्थों हो सकता है सरोपा साडी झूठी खुशामदी होवे, पर जिन्हों परमात्मा के घर चों सरोपा मिलता है ना, याद रखे उन्होंने परमात्मा दी सारियां बख्शिशां मिल जांदियां ने। गुरु अमरदास जी का बचन है, कहन लगे मित पैजै मित बिगसै, जिस मित की पैज भावे, तुसी पुत भाई परिवार देखो हर सतगुरु पहनावे। कहन लगे जे एक मित्र जितदा होवे, दूजे मित्र नूं खुशी मनाउणी चाहीदी है। कहन लगे तुसी वेखो मैनू मेरा परमात्मा जिहड़ा दरगाह दे विच आदर मान दा सरोपा दिंदा है। एक सरोपा साडा है, इहदी कीमत जिहड़ी है हो सकदा कोई बहुती ना होवे, हो सकदा ये जिहड़ा
ਰਾਜਸੀ ਲੋਕਾਂ ਨੂੰ ਪ੍ਰਭਾਵਿਤ ਵੇਖ ਕੇ ਪਾਇਆ ਹੋਵੇ, ਹੋ ਸਕਦਾ ਇਹ ਪੈਸੇ ਦੇ ਪ੍ਰਭਾਵ ਨੂੰ ਵੇਖ ਕੇ ਪਾਇਆ ਹੋਵੇ, ਪਰ ਇੱਕ ਸਰੋਪਾ ਪ੍ਰਮਾਤਮਾ ਦੀ ਦਰਗਾਹ 'ਚੋਂ ਜਿਹਨੂੰ ਉਹ ਮਿਲ ਜਾਂਦਾ ਤੇ ਬਾਣੀ ਕਹਿੰਦੀ ਹੈ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪਤ ਮੇਰੀ। ਰੱਬ ਦੇ ਘਰ 'ਚੋਂ ਮਿਲਿਆ ਹੋਇਆ ਸਰੋਪਾ ਤੁਹਾਡੇ ਜਨਮਾਂ ਜਨਮਾਂ ਦੇ ਪਾਪਾਂ ਨੂੰ ਢੱਕ ਕੇ ਤੁਹਾਨੂੰ ਰੱਬ ਤੱਕ ਪਹੁੰਚਾ ਦਿੰਦਾ। ਤਾਂ ਦਰਗਾਹ ਪੈਦਾ ਜਾਏ ਸੀ ਉਹ ਮਨੁੱਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਇੱਜ਼ਤ ਮਾਨ ਦੇ ਨਾਲ ਜਾ ਕੇ ਪ੍ਰਵਾਨ ਹੋ ਜਾਂਦਾ ਹੈ, ਉਹਦਾ ਜੀਵਨ ਸਫਲ ਹੋ ਜਾਂਦਾ। ਸੋ ਇਹ ਸੀ 15ਵੀਂ ਪੌੜੀ ਦੀ ਵਿਚਾਰ। 4 ਸਲੋਕ ਸਨ। ਸਮੁੱਚਾ ਤੱਤ ਭਾਵ ਇਹ ਹੈ ਕਿ ਸਤਿਗੁਰੂ ਕਹਿਣ ਲੱਗੇ ਭਲਿਆ ਭਾਵੇਂ ਤੂੰ ਧਾਰਮਿਕ ਸ਼ਖਸੀਅਤ ਹੈ, ਭਾਵੇਂ ਆਮ ਹੈ, ਜਿੰਨਾ ਚਿਰ ਰੱਬ ਦੇ ਨਾਮ ਨੂੰ ਨਹੀਂ ਜਪਦਾ, ਉਹਦੇ ਹੁਕਮ ਨੂੰ ਨਹੀਂ ਮੰਨਦਾ, ਤੇ ਤੇਰਾ ਵਿਦਵਾਨ ਹੋਣ ਦਾ ਕੋਈ ਲਾਭ ਨਹੀਂ। ਸਤਿਗੁਰੂ ਰਹਿਮਤ ਕਰੇ, ਕਿਉਂਕਿ ਇਹਦੇ 'ਚ ਧਾਰਮਿਕ ਚਿੰਨ੍ਹਾਂ ਦੀ ਬਹੁਤ ਗੱਲ ਆਈ। ਮੈਂ ਬੜੀ ਡਿਟੇਲ ਦੇ ਨਾਲ ਆਪਾਂ ਇਹਨਾਂ 'ਤੇ 4-5 ਦਿਨ ਲਾਏ। ਸਾਡੇ ਚਿੰਨ੍ਹ ਪਾਏ ਤਾਂ ਪ੍ਰਵਾਨ ਨੇ ਜੇ ਅਸੀਂ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਹਾਂ, ਜੇ ਉਹਦੇ ਸਿਧਾਂਤ ਨੂੰ ਕਮਾਉਂਦੇ ਹਾਂ, ਜੇ ਨਾਮ ਜਪਦੇ, ਜੇ ਨਾਮ ਨਹੀਂ ਸਾਡੇ ਪੱਲੇ, ਉਹਦੀ ਗੱਲ ਨਹੀਂ ਮੰਨਦੇ, ਇਹ ਕੇਵਲ ਤੇ ਕੇਵਲ ਵਿਖਾਵਾ ਰਹਿ ਜਾਏਗਾ, ਇਹਦੀ ਹੋਰ ਕੋਈ ਕੀਮਤ ਨਹੀਂ ਹੈ। ਸਤਿਗੁਰੂ ਸਮੱਤ ਬਖਸ਼ਣ ਅਸੀਂ ਗੁਰੂ ਦੇ ਬਚਨਾਂ ਨੂੰ ਕਮਾ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਖਸਮੈ ਭਾਵੈ ਸੋ ਕਰੇ, ਮਨੋਂ ਚਿੰਦਿਆ ਸੋ ਫਲ ਪਾਏ ਸੀ, ਤਾ ਦਰਗਾ ਪੈਦਾ ਜਾਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।